अपनी बोली अपनी पहचान, पंजाबी हर महफिल दी जान। पंजाब ਗੈਟ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਸ਼ਹਿਰੀ ਦੱਤਾ ਦੀ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ। ਵੈਲਕਮ ਟੂ ਸਾਂਝ ਦਿਲਾਂ ਦੀ। ਜਿਵੇਂ ਕਿ ਲਾਈਵ ਪ੍ਰੋਗਰਾਮ ਇਸ ਵੇਲੇ ਤੁਸੀਂ ਵੇਖ ਰਹੇ ਹੋ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਤੋਂ, ਜਿੱਥੇ ਕਿ ਸਾਡੀ ਪੂਰੀ ਟੀਮ ਜਿਹੜੀ ਹੈ ਖਬਰ ਮਿਲਦੇ ਹੀ ਪਹੁੰਚੀ ਹੋਈ ਹੈ। ਹੈਰੀ ਜੀ ਤੁਹਾਨੂੰ ਲਾਈਵ ਵਿਖਾ ਰਹੇ ਹੈ। ਜਿਸ ਤਰ੍ਹਾਂ ਹੀ ਸਾਨੂੰ ਸਿਗਨਲ ਮਿਲਣਗੇ ਉੱਥੋਂ ਕੋਈ ਵੀ ਅਪਡੇਟ ਹੋਏਗਾ ਪ੍ਰੋਗਰਾਮ ਦੇ ਵਿੱਚ ਅਸੀਂ ਜੁੜਾਂਗੇ। ਮੈਨੂੰ ਸਾਰਿਆਂ ਨੂੰ ਪਤਾ ਹੈਗਾ, ਤੁਹਾਨੂੰ ਵੀ ਪਤਾ ਹੈ ਕਿ ਅੱਜ ਜਿਹੜਾ ਸਾਡਾ ਸਾਂਝ ਦਿਲਾਂ ਦੀ ਪ੍ਰੋਗਰਾਮ ਵੱਖਰੇ ਵੱਖਰੇ ਦਿਨ ਅਸੀਂ ਵੱਖਰੀਆਂ ਗੱਲਾਂ ਕਰਦੇ ਹੈਗੇ ਆ। ਅੱਜ ਦਿਨ ਸੋਮਵਾਰ ਹੈਗਾ। ਕੁਝ ਥੋੜਾ ਬਹੁਤ ਮੈਂ ਕੋਸ਼ਿਸ਼ ਕਰਾਂਗੀ, ਪਰ ਮੇਰਾ ਦਿਲ ਨਹੀਂ ਕਰ ਰਿਹਾ। ਮੇਰਾ ਦਿਲ ਕਰ ਰਿਹਾ ਕਿ ਜੋ ਅੱਜ ਹੇਟ ਕ੍ਰਾਈਮ ਜੋ ਪ੍ਰੋਫੈਸਰ ਪ੍ਰਭਜੋਤ ਸਿੰਘ ਜੀ ਦੇ ਨਾਲ ਹੋਇਆ ਅੱਜ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ, ਉਹ ਇੰਨਾ ਕੁ ਮਾਇਨੇ ਰੱਖਦਾ ਹੈਗਾ। ਜੇ ਗੱਲ ਕਰੀਏ ਸਿੱਖ ਕਮਿਊਨਿਟੀ ਦੀ, ਤੇ ਪੂਰੇ ਅਮਰੀਕਾ ਦੇ ਵਿੱਚ ਤਕਰੀਬਨ 7 ਲੱਖ ਸਿੱਖ ਜਿਹੜੇ ਹੈਗੇ ਆ ਆਪਣੇ ਇੰਡੀਅਨ ਓਰੀਜਨ ਦੇ, ਉਹ ਵਸਦੇ ਹੈਗੇ ਆ। ਉਸ ਦੇ ਵਿੱਚ ਕਿਸੇ ਵੀ ਘਟਨਾ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਹ ਘਟਨਾ ਸਾਡੇ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਹੁੰਦੀ ਹੈ, ਸਾਡੇ ਬਜ਼ੁਰਗਾਂ ਦੇ ਨਾਲ ਹੁੰਦੀ ਆ, ਔਰ ਅੱਜ ਸਰੇਆਮ 15-20 ਜਿਹੜੇ ਸੀਗੇ ਉਹ ਕਿਸ ਤਰੀਕੇ ਦੇ ਲੋਕ ਸੀਗੇ, ਮੁੰਡੇ ਸੀਗੇ, ਉਹਨਾਂ ਨੇ ਅਟੈਕ ਕੀਤਾ, ਮੁਸਲਮਾਨ ਸਮਝ ਕੇ ਅਟੈਕ ਕੀਤਾ। ਸਿੱਖ ਕਮਿਊਨਿਟੀ ਇੰਨੇ ਜਿਹੜੇ ਉਪਰਾਲੇ ਕਰਦੀ ਹੈ, ਸਿੱਖ ਕਮਿਊਨਿਟੀ ਜਿਹੜੀ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਸਿੱਖ ਕੌਮ ਦੇ ਨਾਲ ਜੁੜੀਆਂ ਹੋਈਆਂ ਨੇ, ਜੇ ਉਹਨਾਂ ਦੀ ਗੱਲ ਕਰੀਏ, ਸਾਰਾ ਕੁਝ ਜੇ ਦਿਮਾਗ ਦੇ ਵਿੱਚ ਰੱਖੀਏ ਤੇ ਇਸ ਤਰ੍ਹਾਂ ਦੀ ਘਟਨਾਵਾਂ ਦਾ ਕੀ ਮਕਸਦ ਹੈਗਾ, ਕੀ ਵਜ੍ਹਾ ਹੈਗੀ ਹੈ ਕਿ ਅਸੀਂ ਆਪਣੀ ਆਈਡੈਂਟਿਟੀ ਨੂੰ, ਆਪਣੀ ਪਹਿਚਾਣ ਨੂੰ ਦੁਨੀਆ ਤੱਕ ਨਹੀਂ ਪਹੁੰਚਾ ਸਕੇ। ਬਹੁਤ ਹੀ ਸ਼ਰਮਨਾਕ ਔਰ ਦਰਦਨਾਕ ਹਾਦਸਾ ਜਿਹੜਾ ਹੈ ਅੱਜ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਹੋਇਆ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਹੀ ਹੈਗੀ ਹਾਂ ਕਿ ਸਾਨੂੰ ਉੱਥੋਂ ਲਾਈਵ ਸਿਗਨਲ ਮਿਲਦੇ ਹੀ ਤੁਹਾਨੂੰ ਅਸੀਂ ਉੱਥੇ ਦਾ ਹਾਲ ਬਿਆਨ ਕਰਾਂਗੇ, ਕਿਉਂਕਿ ਤੁਸੀਂ ਵੇਖ ਵੀ ਰਹੇ ਹੋ। ਮੈਨੂੰ ਪਤਾ ਹੈ ਕਿ ਲਾਈਵ ਪ੍ਰੋਗਰਾਮ ਦੇ ਰਾਹੀਂ ਸਾਰੇ ਦਰਸ਼ਕ ਹੈ ਉਹਨਾਂ ਨੇ ਆਪਣਾ ਸਮਾਂ ਜਿਹੜਾ ਫਿਕਸ ਕੀਤਾ ਹੁੰਦਾ, ਚਲੋ ਲਾਈਵ ਸ਼ੋਅ ਹੋਏਗਾ, ਉਸ ਦੇ ਵਿੱਚ ਕੋਈ ਗੱਲਬਾਤ ਕਰਾਂਗੇ, ਕੁਝ ਸਿੱਖਾਂਗੇ, ਕੁਝ ਹੋਰ ਦੱਸਾਂਗੇ। ਮਾਫੀ ਚਾਹੁੰਦੀ ਹਾਂ ਮੈਂ, ਜਦੋਂ ਮੁੱਦੇ ਅਜਿਹੇ ਹੋ ਜਾਂਦੇ ਨੇ, ਜਦੋਂ ਗੱਲ ਕੌਮ ਦੀ ਹਿਫਾਜ਼ਤ ਜੀ ਆ ਜਾਂਦੀ ਹੈ, ਜਦੋਂ ਗੱਲ ਆਪਣੀ ਪਹਿਚਾਣ ਦੀ ਆ ਜਾਂਦੀ ਹੈ, ਉਦੋਂ ਫਿਰ ਕੋਈ ਹੋਰ ਗੱਲ ਚੰਗੀ ਨਹੀਂ ਲੱਗਦੀ। ਫਿਰ ਉਦੋਂ ਲੱਗਦਾ ਹੈ ਕਿ ਸਾਨੂੰ ਜੇ ਟੀਵੀ ਚੈਨਲ ਦੇ ਜ਼ਰੀਏ ਮੌਕਾ ਮਿਲਿਆ ਹੈਗਾ ਸਾਨੂੰ ਕਮਿਊਨਿਟੀ ਦੇ ਨਾਲ ਜੁੜਨ ਦਾ, ਔਰ ਆਪਾਂ ਪੰਜਾਬੀ ਹੋਣ ਦੀ ਗੱਲ ਕਰਦੇ ਹਾਂ, ਅਸੀਂ ਸਿੱਖ ਹੋਣ ਦੀ ਗੱਲ ਕਰਦੇ ਹਾਂ, ਤੇ ਉਸ ਵੇਲੇ ਜ਼ਰੂਰਤ ਹੁੰਦੀ ਸਾਰੀ ਕੌਮ ਨੂੰ ਇੱਕ ਮੈਸੇਜ ਪਹੁੰਚਾਉਣ ਦੀ। ਔਰ ਸਾਰੇ ਹੀ ਟੀਵੀ ਚੈਨਲਸ ਦਾ ਇਹ ਫਰਜ਼ ਹੈਗਾ ਕਿ ਇੱਦਾਂ ਦੀ ਘਟਨਾਵਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕੀਤਾ ਜਾਏ। ਇਸ ਵੇਲੇ ਕੇਵਲ ਗੈਟ ਪੰਜਾਬੀ ਟੀਵੀ ਜਿਹੜਾ ਪੰਜਾਬੀ ਮੀਡੀਆ ਹੋਣ ਕਰਕੇ ਉੱਥੇ ਪਹੁੰਚਿਆ ਹੋਇਆ ਹੈ। ਔਰ ਜਦੋਂ ਅਸੀਂ ਇਸ ਤਰ੍ਹਾਂ ਦੀ ਘਟਨਾਵਾਂ ਦੀ ਗੱਲ ਕਰਦੇ ਹਾਂ ਕਿ ਫਲਾਣੀ ਜਗ੍ਹਾ ਤੇ ਜਾ ਕੇ ਉਸ ਤਰ੍ਹਾਂ ਦੀ ਘਟਨਾ ਵਾਪਰੀ ਹੈਗੀ ਹੈ, ਉਸ ਦੇ ਵਿੱਚ ਜੋ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਕਜੁੱਟ ਹੋ ਕੇ ਪੂਰੀ ਦੁਨੀਆ ਤੱਕ ਸੁਨੇਹਾ ਪਹੁੰਚਾਉਣ ਦੀ ਜ਼ਰੂਰਤ ਹੈਗੀ ਹੈ ਕਿ ਸਿੱਖ ਕਮਿਊਨਿਟੀ ਕੀ ਚਾਹੁੰਦੀ ਹੈ, ਸਿੱਖ ਕੌਮ ਕੀ ਹੈਗੀ ਹੈ। 9/11 ਤੋਂ ਬਾਅਦ ਜੇ ਅੱਜ ਅਸੀਂ ਦੁਨੀਆ ਜਹਾਨ ਦੇ ਨਗਰ ਕੀਰਤਨਾਂ ਦੇ ਰਾਹੀਂ ਆਪਣੀ ਗੁਰੂ ਘਰਾਂ ਦੀ ਪਹਿਚਾਣ ਦੱਸਦੇ ਹੈਗੇ ਆ ਕਿ ਫਲਾਣੇ ਗੁਰੂ ਘਰ ਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੈ ਆਪਣੇ ਗੁਰੂ ਘਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਕਿੱਥੇ ਕਮੀ ਰਹਿ ਰਹੀ ਹੈ। ਤੁਸੀਂ ਸਾਰੇ ਆਪਣੀ ਇੱਕ ਮੀਟਿੰਗ ਬਿਠਾ ਕੇ ਤੁਸੀਂ ਸਾਰੇ ਇਸ ਬਾਰੇ ਗੱਲ ਕਿਉਂ ਨਹੀਂ ਕਰਦੇ ਕਿ ਅਸੀਂ ਕਿੱਥੇ ਘੱਟ ਮਤਲਬ ਪਿੱਛੇ ਰਹਿ ਗਏ ਹਾਂ, ਕੀ ਸਾਡੇ ਤੋਂ ਛੁੱਟ ਗਿਆ ਹੈ, ਕਿ ਕੋਈ ਵੀ ਅਸੀਂ ਹੁਣ ਅਮਰੀਕਾ ਦੇ ਵਿੱਚ ਆ ਗਏ ਹਾਂ, ਸਾਡੇ ਬੱਚੇ ਇੱਥੇ ਹੋਏ ਨੇ, ਸਾਡੇ ਬੱਚਿਆਂ ਦੇ ਬੱਚੇ ਇੱਥੇ ਹੋਣਗੇ, ਉਸ ਤੋਂ ਬਾਅਦ ਸਾਡੀ ਜਿਹੜੀ ਪੁਸ਼ਤਾਂ ਹੈਗੀਆਂ, ਸਾਡੇ ਬਜ਼ੁਰਗ ਹੈਗੇ ਆ, ਸਾਰਿਆਂ ਨੇ ਇੱਥੇ ਆਉਣਾ ਹੈ। ਜ਼ਰੂਰੀ ਨਹੀਂ ਹੈ ਕਿ ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿ ਕੋਈ ਪ੍ਰੋਫੈਸਰ ਪ੍ਰਭਜੋਤ ਅਟੈਕ ਹੋਏ ਉਹਨਾਂ ਤੇ, ਔਰ ਉਸ ਤੋਂ ਬਾਅਦ ਅਸੀਂ ਟੀਵੀ ਸ਼ੋਜ਼ ਦੇ ਰਾਹੀਂ ਸਾਰੀ ਦੁਨੀਆ ਤੱਕ ਪਹੁੰਚਾ ਸਕੀਏ ਕਿ ਸਿੱਖ ਕਮਿਊਨਿਟੀ ਕੀ ਹੈ। ਸਿੱਖ ਕਮਿਊਨਿਟੀ, ਸਿੱਖ ਰਿਲੀਜਨ 500 ਸਾਲ ਪੁਰਾਣਾ ਰਿਲੀਜਨ, ਇਤਿਹਾਸ, ਸ਼ਹੀਦਾਂ ਦੀ ਕਹਾਣੀਆਂ ਹਰ ਕਿਤਾਬ ਦੇ ਵਿੱਚ ਹੈਗੀਆਂ। ਕਿੱਥੇ ਕਮੀ ਰਹਿ ਰਹੀ ਹੈ ਸਾਡੇ ਤੋਂ, ਕੀ ਕੁਝ ਸਾਡੇ ਤੋਂ ਮਿਸਿੰਗ ਹੈਗਾ ਕਿ ਇੱਦਾਂ ਦੀ ਘਟਨਾਵਾਂ ਅਮਰੀਕਾ ਵਰਗੀ ਕੰਟਰੀ ਦੇ ਵਿੱਚ, ਜਿੱਥੇ ਕਿ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਨੇ ਉਹ
ਇੰਨੇ ਕੁ ਪੁਖਤਾ ਇੰਤਜ਼ਾਮ ਹੈਗੇ ਆ ਕਿ ਇੱਥੇ ਤਾਂ ਕੁਝ ਹੋ ਹੀ ਨਹੀਂ ਸਕਦਾ, ਪਰ ਫਿਰ ਘਟਨਾ ਵਾਪਰ ਜਾਂਦੀ ਹੈ। 9/11 ਜਿਹੇ ਅਟੈਕ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਕੋਈ ਵੀ 4-5 ਲੋਕ 10-15 ਲੋਕ ਇੱਕ ਗਰੁੱਪ ਬਣਾ ਕੇ ਇੱਕ ਬਜ਼ੁਰਗ ਪ੍ਰੋਫੈਸਰ ਨੂੰ ਅਟੈਕ ਕਰਦੇ ਆ ਮੁਸਲਿਮ ਕਹਿ ਕੇ। ਕਿੱਥੇ ਫਰਕ ਆ ਰਿਹਾ ਹੈ? ਕਿਸ ਚੀਜ਼ ਦੇ ਵਿੱਚ ਕਮੀ ਰਹਿ ਰਹੀ ਹੈ? ਤੁਸੀਂ ਸਾਰੇ ਪੰਜਾਬੀ ਹੋ, ਤੁਸੀਂ ਸਾਰੇ ਇੰਡੀਅਨ ਹੈਗੇ ਹੋ, ਤੁਸੀਂ ਸਾਰੇ ਇੰਡੀਆ ਦੇ ਵਿੱਚ ਰਹਿ ਕੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰਿਆਂ ਦਾ ਪਿਆਰ ਵੰਡਿਆ ਹੋਇਆ ਜੀ। ਅਸੀਂ ਸਾਰੇ ਇੱਕ ਘਰ ਦੇ ਵਿੱਚ ਰਹਿੰਦੇ ਹਾਂ, ਖਾਣਾ ਖਾਂਦੇ ਹਾਂ, ਸਾਡਾ ਕੋਈ ਸਾਨੂੰ ਫਰਕ ਨਹੀਂ ਹੈਗਾ। ਉਸ ਤੋਂ ਬਾਅਦ ਇਸ ਮੁਲਕ ਦੇ ਵਿੱਚ ਆ ਕੇ ਇੰਨਾ ਫਰਕ। ਇੱਕ ਪਾਸੇ ਜਿੱਥੇ ਨੀਨਾ ਦਵੁਲਰੀ ਜਿਹੜੀ ਇੰਡੀਅਨ ਓਰੀਜਨ ਦੀ ਮਿਸ ਅਮਰੀਕਾ ਬਣ ਗਈ ਹੈ, ਉਹਨੂੰ ਇੰਨੇ ਇੱਕ ਬੁਰੇ ਕਮੈਂਟਸ ਆ ਰਹੇ ਆ। ਇੱਕ ਜਿਸ ਦੇ ਬਾਰੇ ਉਹ ਸਿੱਖ ਨਹੀਂ ਹੈ, ਉਸ ਨੂੰ ਕੋਈ ਵੱਖਰੀ ਪਹਿਚਾਣ ਦੱਸਣ ਦੀ ਜ਼ਰੂਰਤ ਨਹੀਂ, ਪਰ ਉਸ ਦੇ ਨਾਲ ਵੀ ਇੰਨਾ ਕੁ ਬੁਰਾ ਵਰਤਾਵ ਕੀਤਾ ਜਾ ਰਿਹਾ। ਕਿਤੇ ਜਾਵਾਂਗੇ ਅਸੀਂ ਕੀ ਕਰਾਂਗੇ? ਕੀ ਫਿਊਚਰ ਹੈ? ਕਿੰਨੇ ਸੇਫ ਹੈਗੇ ਆ ਅਸੀਂ? ਇਹ ਗੱਲ ਬਹੁਤ ਜ਼ਿਆਦਾ ਸੋਚਣ ਵਿਚਾਰਨ ਵਾਲੀ ਹੈਗੀ ਹੈ। ਇਹੋ ਜਿਹੀਆਂ ਘਟਨਾਵਾਂ ਅੱਗੇ ਤੋਂ ਨਾ ਹੋਣ। ਕੌਣ ਗਾਰੰਟੀ ਲੈਂਦਾ ਇਸ ਦੀ? ਕੌਣ ਇਸ ਦਾ ਜ਼ਿੰਮੇਵਾਰ ਹੈਗਾ? ਕਿਹੜੀ ਆਰਗੇਨਾਈਜੇਸ਼ਨਸ ਇਸ ਬਾਰੇ ਗੱਲ ਕਰ ਸਕਦੀਆਂ ਨੇ ਖੁੱਲ੍ਹ ਕੇ? ਮੈਂ ਚਾਹੁੰਦੀ ਹਾਂ ਕਿ ਜਿੰਨੇ ਵੀ ਅਸੀਂ ਆਪਣੇ ਧਰਮ ਕਰਮ ਦੇ ਨਾਲ ਜੁੜ ਕੇ ਜੋ ਵੀ ਅਸੀਂ ਗੱਲਾਂ ਆਪਣੇ ਧਰਮ ਦੇ ਪ੍ਰਚਾਰ ਦੇ ਲਈ ਕਰਦੇ ਹੈਗੇ ਆ, ਉਹ ਇਨਸਾਨੀਅਤ ਦੇ ਪ੍ਰਚਾਰ ਦੇ ਲਈ ਵੀ ਹੋਣੀਆਂ ਚਾਹੀਦੀਆਂ। ਜੇ ਸਿੱਖ ਕੌਮ ਆਪਣੀ ਇੱਕ ਵੱਖਰੀ ਪਹਿਚਾਣ ਦੁਨੀਆ ਤੱਕ ਪਹੁੰਚਾ ਰਹੀ ਹੈਗੀ ਹੈ, ਬੜੀ ਹੀ ਜਲਦੀ ਕੁਝ ਮਹੀਨਿਆਂ ਦੇ ਵਿੱਚ ਯੂਬਾ ਸਿਟੀ ਦਾ ਨਗਰ ਕੀਰਤਨ ਆਉਣ ਵਾਲਾ, ਜਿੱਥੇ ਕਿ ਮੋਰ ਦੈਨ 2 ਮਿਲੀਅਨ 2 ਲੱਖ ਤੋਂ ਜ਼ਿਆਦਾ ਜਿਹੜੇ ਆ ਉਹ ਸਿੱਖ ਇਕੱਠੇ ਹੋਣਗੇ ਵੱਖਰੀ ਵੱਖਰੀ ਥਾਵਾਂ ਤੋਂ। ਹਜ਼ਾਰਾਂ ਹੀ ਜਿਹੜੇ ਹੈਗੇ ਆ ਉਹ ਲੰਗਰ ਦੇ ਸਟਾਲਸ ਹੁੰਦੇ ਆ, ਔਰ ਬੜੇ ਲੋਕੀ ਅਣਗਿਣਤ ਸੰਖਿਆ ਦੇ ਵਿੱਚ ਉੱਥੇ ਸੇਵਾ ਕਰਦੇ ਹੈਗੇ ਆ। ਫਿਰ ਕਿੱਥੇ ਕਮੀ ਰਹਿ ਰਹੀ ਹੈ? ਸਿੱਖ ਕਮਿਊਨਿਟੀ ਦੇ ਵਿੱਚ ਕਿੱਥੇ ਕਮੀ ਰਹਿ ਰਹੀ ਹੈ? ਸਿੱਖ ਪਹਿਚਾਣ ਆਪਣੀ ਬਣਾਉਣ ਦੇ ਵਿੱਚ ਕਿੱਥੇ ਸਾਡੇ ਤੋਂ ਘਾਟ ਰਹਿ ਰਹੀ ਹੈ? ਕਿ ਇਹੋ ਜਿਹੇ ਅਟੈਕ ਪ੍ਰੋਫੈਸਰ ਪ੍ਰਭਜੋਤ ਤੇ ਅੱਜ ਜੋ ਅਟੈਕ ਹੋਇਆ, ਬਹੁਤ ਹੀ ਦਰਦਨਾਕ ਔਰ ਬਹੁਤ ਹੀ ਸ਼ਰਮਨਾਕ ਘਟਨਾ ਹੈਗੀ ਹੈ। ਕਿ ਪ੍ਰੋਫੈਸਰ ਸਾਹਿਬ ਨੇ ਜੋ CNN ਦੀ ਰਿਪੋਰਟ ਦੇ ਮੁਤਾਬਿਕ ਦੱਸਿਆ ਹੈਗਾ ਕਿ 20 ਲੋਕ ਸੀਗੇ, ਔਰ ਉਹਨਾਂ ਨੇ ਚਾਰੇ ਪਾਸੇ ਤੋਂ ਉਹਨਾਂ ਨੂੰ ਘੇਰ ਲਿੱਤਾ, ਔਰ ਘੇਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੂੰ ਮੁਸਲਿਮ ਹੈਗਾ, ਤੂੰ ਟੈਰਰਿਸਟ ਹੈਗਾ। ਕਿਉਂ? ਉਹ ਪ੍ਰੋਫੈਸਰ ਸੀਗੇ, ਉਹ ਉਸ ਯੂਨੀਵਰਸਿਟੀ ਦੇ ਵਿੱਚ ਬਹੁਤ ਰਿਪਿਊਟਡ ਉਹਨਾਂ ਦੀ ਇਮੇਜ ਸੀਗੀ, ਉੱਥੇ ਪੜ੍ਹਾਉਂਦੇ ਹੈਗੇ ਆ, ਔਰ ਉਸ ਤੋਂ ਬਾਅਦ ਅਚਾਨਕ ਕੀ ਇੱਦਾਂ ਦੀ ਗੱਲ ਹੋਈ? ਕੀ ਕੋਈ ਸਾਜ਼ਿਸ਼ ਹੈਗੀ ਹੈ? ਕਿ ਸਾਡੇ ਵੱਲੋਂ ਮੈਸੇਜ ਪਹੁੰਚਾਉਣ ਦੇ ਵਿੱਚ ਕੋਈ ਕਮੀ ਹੈਗੀ ਆ? ਅਚਾਨਕ ਇਹੋ ਜਿਹੀ ਕੀ ਗੱਲ ਹੋ ਗਈ ਕਿ ਉਹਨਾਂ ਤੇ ਅਟੈਕ ਹੋਇਆ? ਉਹਨਾਂ ਦੀ ਸਰੇਆਮ ਸੜਕ ਤੇ ਉਹਨਾਂ ਦੇ ਵਾਲ ਖਿੱਚੇ ਗਏ, ਉਹਨਾਂ ਦੀ ਦਾੜੀ ਨੂੰ ਖਿੱਚ ਕੇ ਉਹਨਾਂ ਦੇ ਨਾਲ ਉਹਨਾਂ ਦੇ ਦੰਦ ਟੁੱਟ ਗਏ ਹੈਗੇ ਆ, ਉਹਨਾਂ ਦੀ ਜਿਹੜੀ ਕੋਹਨੀ ਹੈਗੀ ਆ ਉਹ ਟੁੱਟ ਗਈ ਹੈਗੀ ਆ। ਕਿੱਥੇ ਕਮੀ ਆ ਰਹੀ ਹੈ? ਤੁਸੀਂ ਸਾਰੇ ਇਸ ਬਾਰੇ ਕੀ ਸੋਚਦੇ? ਮੈਂ ਤੁਹਾਡੀ ਕਾਲਸ ਲੈਣਾ ਚਾਹੁੰਦੀ ਹਾਂ। ਪਲੀਜ਼ ਅੱਜ ਟੌਪਿਕ ਤੋਂ ਹਟ ਕੇ ਇਸ ਬਾਰੇ ਸਾਨੂੰ ਗੱਲ ਕਰਨੀ ਬਹੁਤ ਜ਼ਰੂਰੀ ਹੈ। ਕੋਈ ਅਗਲਾ ਪ੍ਰੋਫੈਸਰ ਪ੍ਰਭਜੋਤ ਨਾ ਬਣ ਸਕੇ, ਕੋਈ ਬੱਚੇ ਨੂੰ ਤਾਲਿਬਾਨ ਮੁਸਲਮਾਨ ਤੂੰ ਟੈਰਰਿਸਟ ਹੈ, ਸਾਡੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ। ਸੋ ਇਸ ਦੇ ਨਾਲ ਹੀ ਅਸੀਂ ਜਿਹੜਾ ਛੋਟਾ ਜਿਹਾ ਕੋਲੰਬੀਆ ਯੂਨੀਵਰਸਿਟੀ ਤੋਂ ਤੁਹਾਨੂੰ ਜਿਹੜੀ ਹੈ ਉਹ ਝਲਕ ਵਿਖਾ ਰਹੇ ਹੈਗੇ। ਸਾਡੀ ਗੇਟ ਪੰਜਾਬੀ ਦੀ ਟੀਮ ਪਹੁੰਚੀ ਹੈ, ਆਓ ਵੇਖਦੇ ਹਾਂ। ਇੱਕ ਹੇਨਸ ਕ੍ਰਾਈਮ ਹੋਇਆ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਉਹਨਾਂ ਦੀ ਪੱਗ ਤੱਕ ਉਛਾਲੀ ਗਈ। ਅਗਰ ਸੜਕ ਤੇ ਖੜੇ ਹੋਏ ਜੋ ਬਾਈਸਟੈਂਡਰਸ ਨੇ ਉਹਨਾਂ ਦੀ ਹੈਲਪ ਨਾ ਕੀਤੀ ਹੁੰਦੀ ਤੇ ਸ਼ਾਇਦ ਅੱਜ ਉਹ ਜ਼ਿੰਦਾ ਵੀ ਨਾ ਹੁੰਦੇ। ਉੱਪਰ ਵਾਲੇ ਦੀ ਮਿਹਰਬਾਨੀ ਹੈ। ਮੇਰੇ ਨਾਲ ਅਮਰਦੀਪ ਜੀ ਹੈਗੇ ਨੇ, ਮਿਸਟਰ ਅਮਰਦੀਪ who's the director of programs for Sikh Coalition. I have the attorney, I don't know your name. Satjit Kaur. I have Dr. Supreet, I don't know your name, sir. Simranjit Singh. I'm going to start with you, Mr. Amardeep. We spoke a little before. Everybody keeps on saying that we have to educate. We have to educate what Sikhism is. I see the flyers where it shows the difference between Sikhism and Taliban's. And I was talking to the other gentleman, but Taliban और ਅਸੀਂ ਦਿਖਣ 'ਚ ਕਾਫੀ ਡਿਫਰੈਂਟ ਹੈਗੇ ਆ। ਉਹਨਾਂ ਦੀ ਦਾੜੀ ਹੈ ਸਾਡੇ ਨਾਲ ਜ਼ਰੂਰ ਮੈਚ ਹੁੰਦੀ ਹੈ, ਪਰ ਉਹਨਾਂ ਦੀਆਂ ਮੁੱਛਾਂ ਨਹੀਂ ਹੁੰਦੀਆਂ। ਉਹਨਾਂ ਦੇ ਪੱਗ ਬੰਨ੍ਹਣ ਦਾ ਤਰੀਕਾ ਵੀ ਥੋੜ੍ਹਾ ਜਿਹਾ ਡਿਫਰੈਂਟ ਹੈਗਾ। ਅਤੇ ਨੈਚੁਰਲੀ ਜਦ ਸਿੱਖ ਦੇ ਉੱਤੇ ਅਟੈਕ ਹੁੰਦਾ ਤਾਂ ਉਹ ਵਿਜ਼ੂਅਲਾਈਜ਼ ਦੇਖ ਕੇ ਹੀ ਹੁੰਦਾ। ਜਦ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਕਿ ਪ੍ਰੋਟੈਸਟ ਕਿਉਂ ਨਹੀਂ ਕੀਤਾ ਗਿਆ, ਕਿਉਂਕਿ ਉਹ ਵੀ ਤਾਂ ਇੱਕ ਵਿਜ਼ੂਅਲਾਈਜ਼ੇਸ਼ਨ ਹੈ ਕਿ ਇਹ ਸਿੱਖ ਨੇ, they are not Taliban. Why not that? I think part of the issue in terms of distinguishing Sikhs and Taliban is that people in this country just don't pay attention that much. Okay. And so right after 9/11, there was literally a graphic made of the different types of turbans around the world. Okay. That was published in the Seattle Times, and we've used that continuously for 12 years just to give people a sense of who we are. That's not to say that anyone should be attacked. If somebody thinks someone's a Taliban here in the United States, they shouldn't be attacking them.
period. So no one should be attacked, but that's one way that we've educated people. In terms of this issue of protests, here's our perspective. In this country, it's been our experience that as long as we go to the government or we go to society and we have a real problem and we present a solution that they can execute on, people do take care of the issue. Let me give you an example. Please. Just this past week, the Sikh Coalition met with Pearson Education, the third largest manufacturer of school textbooks in the country. We also met with Houghton Mifflin, the second largest manufacturer of textbooks around the country. And they have agreed, and this is going to happen in the next few years, to include information on Sikhs, our contributions to the United States, and what we've contributed to the world in their textbooks for the whole country. Now, this took 6 years in the making, but it eventually did happen. And so we find that this approach, rather than protest where we make ourselves seem visually angry and feed into the stereotype of people with turbans and beards or who are very angry, is not always the best way to approach these issues. You said about textbooks. Yeah. Let me bring a story for California school system, where we had raised this issue on our television. Mr. Gurchandji Lamba did this. There was a case in the textbook where there was a line written, Indira Gandhi, Prime Minister of India, was killed by Sikh terrorists. Yes. What do you have to say about that? I think what we've tried to say to the textbook manufacturers, and this exact issue came up last week in Pearson Publishing, is that when you provide a perspective on these events, you're providing one perspective. That's the Indian government's perspective. And so it's really important that you have a balanced view of everything that happened in India in the 1980s before you call someone a terrorist versus a freedom fighter. One person's terrorist is one person's freedom fighter. It depends on the perspective you're providing. And what we asked Pearson Publishing to do is take a balanced approach from neutral academics who don't have a political point of view but are just studying the issue. Excellent point. Ma'am, you're an attorney. First of all, your full name, please. Gurjot Kaur. Gurjot ji, what is your take as an attorney? Do you think justice will ever be served in this case? ਹਾਂਜੀ ਮੈਨੂੰ ਪਤਾ ਜਸਟਿਸ ਵਿਲ ਬੀ ਸਰਵਡ ਇਨ ਦਿਸ ਕੇਸ ਜਿਹੜੇ ਅਟੈਕਰਸ ਆ ਉਹ ਬਾਹਰ ਹੈਗੇ ਆ ਤਾਂ ਉਹਨਾਂ ਕੋਲ ਐਜੂਕੇਸ਼ਨ ਹੈ ਨਹੀਂ ਪਰ ਜਦੋਂ ਲੱਭ ਲਏ ਤਾਂ ਅਸੀਂ ਉਹਨਾਂ ਨਾਲ ਕੰਮ ਕਰ ਸਕਦੇ ਜਦੋਂ ਡਾਕਟਰ ਸਿੰਘ ਨੇ ਗੱਲ ਕੀਤੀ ਉਹਨਾਂ ਫਿਰ ਜਸਟਿਸ ਸਰਵ ਹੋ ਜਾਣੀ ਜਦੋਂ ਉਹਨਾਂ ਨੇ ਸਿੱਖਿਆ ਵੀ ਸਿੱਖ ਹੋਣਾ ਵੀ ਜਿਹੜੇ ਅਸੀਂ ਬਾਹਰੇ ਆ ਜਿਹੜੇ ਬਾਹਰਲੇ ਆ ਅਸੀਂ ਬਾਹਰ ਨਹੀਂ ਅਸੀਂ ਵੀ ਅਮਰੀਕਨ ਹੈਗੇ ਆ ਤਾਂ ਉਹ ਹੈਗੀ ਪ੍ਰੋਬਲਮ ਸੋ ਅਸੀਂ ਬਹੁਤ ਲੋਕਾਂ ਨੂੰ ਹੈਲਪ ਕਰਦੇ ਜਦੋਂ ਡਾਕਟਰ ਸਿੰਘ ਹੋਰ ਵੀ ਹੈਗੇ ਹੇਟ ਕ੍ਰਾਈਮ ਵਿਕਟਮਸ ਕਿ ਜਿਹੜੇ ਅੰਗਰੇਜ਼ੀ ਨਹੀਂ ਆਉਂਦੀ ਪੰਜਾਬੀ ਬੋਲਦੇ ਉਹਨਾਂ ਨੂੰ ਵੀ ਜਸਟਿਸ ਵੀ ਮਿਲ ਜਾਣੀ ਆ ਬਿਕਾਜ਼ ਅਸੀਂ ਜਿੰਨਾ ਐਜੂਕੇਸ਼ਨ ਕਰ ਸਕਦੇ ਉਹਨਾਂ ਅਸੀਂ ਜ਼ਰੂਰਤ ਕਰੋਗੇ What is your take on this? ਮੇਰੀ ਇਹੀ ਸੰਗਤ ਨੂੰ ਬੇਨਤੀ ਹੈਗੀ ਹੈ ਇਸ ਪੂਰੀ ਕਮਿਊਨਿਟੀ ਨੂੰ ਬੇਨਤੀ ਹੈਗੀ ਹੈ ਕਿ ਇਹ ਮੌਕਾ ਹੈਗਾ ਹੈ ਸਾਡੇ ਕੋਲ ਇੰਸਟੀਟਿਊਸ਼ਨਸ ਹੈਗੇ ਨੇ ਜੋ ਖੜੇ ਹੋ ਸਕਦੇ ਨੇ ਜਿਹੜੀ ਸਾਡੀ ਆਵਾਜ਼ ਹੈਗੀ ਉਹ ਉੱਚੀ ਕਰ ਸਕਦੇ ਹੈਗੇ ਨੇ ਪਰ ਇਹਦੇ ਵਾਸਤੇ ਸਾਨੂੰ ਪੂਰੀ ਸੰਗਤ ਦੀ ਜ਼ਰੂਰਤ ਹੈਗੀ ਹੈ ਤਾਂ ਕਿ ਅਸੀਂ ਇਕੱਠੇ ਮਿਲ ਕੇ ਵੀ ਕੈਨ ਬ੍ਰਿੰਗ ਥੀਸ ਇਸ਼ੂਜ਼ ਟੂ ਲਾਈਟ ਸੋ ਜਿੱਦਾਂ ਪ੍ਰਭਜੋਤ ਸਿੰਘ ਕਹਿ ਰਹੇ ਸੀ that it's time for us to start working together as a community and double our efforts. ਅਸੀਂ ਆਪਣੇ ਜਿਹੜੇ ਵੀ efforts ਹੈਗੇ ਨੇ ਉਹ ਦੁੱਗਣੇ ਕਰੀਏ ਤਾਂ ਕਿ ਅਸੀਂ ਮਿਲ ਕੇ ਇਸ ਪ੍ਰੋਬਲਮ ਦਾ ਹੱਲ ਨਿਕਾਲ ਸਕੀਏ ਤੇ ਖੁਸ਼ੀ live in America and follow the American dream and be able to provide for our families and also sustain for everyone else. Let me talk to... Yes, ma'am. Do you have a point? ਤਾਂ ਕੱਲੀ ਅਸੀਂ ਸਾਡੀ ਸੰਗਤ ਕੱਲੀ ਸਾਡੀ ਕਮਿਊਨਿਟੀ ਨਾਲ ਨਹੀਂ ਕੰਮ ਕਰਨਾ ਚਾਹੀਦਾ ਬਾਕੀਆਂ ਨੇ ਵੀ ਬਹੁਤ ਕਮਿਊਨਿਟੀਜ਼ ਨੂੰ ਡਿਸਕ੍ਰਿਮੀਨੇਸ਼ਨ ਹੁੰਦਾ ਅਮਰੀਕਾ 'ਚ ਬਲੈਕ ਕਮਿਊਨਿਟੀ ਲੈਟੀਨੋ ਕਮਿਊਨਿਟੀ ਮੁਸਲਿਮ ਕਮਿਊਨਿਟੀ ਅਸੀਂ ਸਾਰਿਆਂ ਨੂੰ ਟੁਗੈਦਰ ਕੰਮ ਕਰਨਾ ਚਾਹੀਦਾ ਇਹ ਕੱਲੀ ਸਿੱਖ ਨਹੀਂ ਪ੍ਰੋਬਲਮ ਸਾਰੀ ਅਮਰੀਕਨ ਦੀ ਪ੍ਰੋਬਲਮ ਹੈ Very good point. ਤਾਂ ਕਿ ਸਾਰਿਆਂ ਨੂੰ ਪਤਾ ਲੱਗੇ. That's another way of promoting Sikhism. Riva, Seva Group. She's the president of Seva Group. They've done wonderful. ਤੁਹਾਨੂੰ ਅਸੀਂ ਜਦ ਇੰਡੀਆ ਡੇ ਪਰੇਡ ਦਿਖਾਈ ਸੀ ਤਦ ਵੀ ਸੇਵਾ ਗਰੁੱਪ ਨੇ ਬਹੁਤ ਉੱਥੇ ਸੇਵਾ ਕੀਤੀ ਸੀ ਔਰ ਕਾਲਜ ਸਟੂਡੈਂਟਸ ਹੈਗੇ ਨੇ. What is the reaction of, what's the mutual feeling, not just the Indian kids, I want to know what's the mutual feeling in the kids who are not Indian but Americans, African American, others, how are they feeling? Everyone was really shocked. Professor Prabjot is a very respected professor on campus. Everyone was shocked, but I think the amount of support that we have received from everybody on campus, so many different clubs, it's not just the Sikh community that's coming together, it's every community. And that's why Seva is going to be having an event on Sunday. That's why we're going to be promoting this American Cultural Awareness Day, where clubs from all around campus, the Hispanic Club, the Hindu Club, Muslim Club, Black Students Association,
Asian American Alliance, everyone's going to come together to share a little bit about their identity, their American cultural identity. What's going to happen on that day? Tell us a little bit. So Seva is going to be primarily tying turbans just to spread awareness about the turban and try to break stereotypes. And we'll also be handing out, free water bottles just to kind of spread awareness about the Sikh values, right, of giving, community service. That's what we're about. We're changing this. We're making this optimistic. Yes, it was a very unfortunate event, but we want something positive to come out of this and more change to come out of this. And then we're going to be speaking with all of these other groups who have volunteered to help us out as well, and they'll be doing something that pertains to their specific identity and their specific community to raise awareness. You guys are all aces in my book. People across the globe are watching you live. Dr. Supreet ji, please 2 ਮਿੰਟ ਸਾਡੇ ਨਾਲ ਗੱਲ ਕਰ ਲਓ. ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਹੈ. ਸਾਰਿਆਂ ਨੇ ਆਪਣੇ ਆਪਣੇ ਵਿਊ ਪੁਆਇੰਟ ਰੱਖੇ ਨੇ. ਇੱਕ ਤੇ ਹੋ ਗਿਆ ਐਜੂਕੇਸ਼ਨ ਕਿ ਅਸੀਂ ਐਜੂਕੇਟ ਕਰਨਾ ਹੈ. ਹੋਰ ਕੀ ਤਰੀਕਾ ਹੋ ਸਕਦਾ ਹੈ ਲੋਕਾਂ ਨੂੰ ਦੱਸਣ ਦਾ ਕਿ ਇਹ ਸਿੱਖ ਨੇ ਤੇ ਇਹ ਤਾਲਿਬਾਨ ਨੇ, ਜਾਂ ਇਹ ਸਿੱਖ ਨੇ ਇਹਨਾਂ ਨੂੰ ਪਲੀਜ਼ ਇਹੋ ਜਿਹੀਆਂ ਹਰਕਤਾਂ ਨਾ ਕਰੋ ਇਹਨਾਂ ਦੇ ਨਾਲ? ਉਹ ਆਈ ਥਿੰਕ ਸਾਡਾ ਪੁਆਇੰਟ ਹੋਣਾ ਚਾਹੀਦਾ ਕਿ ਇਹੋ ਜਿਹੀ ਹਰਕਤਾਂ ਕਿਸੇ ਦੇ ਨਾਲ ਵੀ ਨਾ ਕਰੋ, ਭਾਵੇਂ ਸਿੱਖ ਹੋਣ ਜਾਂ ਕੋਈ ਹੋਰ ਹੋਏ. ਪਰ ਆਈ ਥਿੰਕ ਜਿਹੜੇ ਸਾਡੇ ਜਿਹੜੇ ਵਿਊਅਰਸ ਹੈਗੇ ਨੇ ਆ, ਜੋ ਆਡੀਅנס 'ਚ ਬੈਠੇ ਹੋਏ ਨੇ, ਜੋ ਸ਼ੋਅ ਨੂੰ ਦੇਖ ਰਹੇ ਨੇ, ਅਸੀਂ ਸਿੱਖ ਅਮਰੀਕਨਸ ਹੈਗੇ ਹਾਂ, ਅਤੇ ਰੀਅਲੀ ਦੀ ਓਨਲੀ ਥਿੰਗ ਜੋ ਅਸੀਂ ਕਰ ਸਕਦੇ ਹਾਂ ਇਜ਼ ਅਸੀਂ ਆਪਣੀ ਲੋਕਲ ਕਮਿਊਨਿਟੀਜ਼ ਵਿੱਚ ਸਾਡੇ ਜਿਹੜੇ ਨੇਬਰਸ ਹੈਗੇ ਨੇ, ਜਿਨ੍ਹਾਂ ਦੇ ਨਾਲ ਅਸੀਂ ਕਦੀ ਗੱਲ ਨਹੀਂ ਕੀਤੀ, ਜਿਨ੍ਹਾਂ ਨੂੰ ਆਪਣੇ ਘਰ ਵਿੱਚ ਚਾਹ ਵਾਸਤੇ ਕਦੀ ਨਹੀਂ ਬੁਲਾਇਆ, ਉਹਨਾਂ ਨਾਲ ਅਸੀਂ ਇੰਗੇਜ ਕਰੀਏ. ਅਸੀਂ ਆਪਣੇ ਸਕੂਲਾਂ ਵਿੱਚ ਜਾਈਏ ਅਤੇ ਆਪਣੇ ਜਿਹੜੇ ਬੱਚਿਆਂ ਦੇ ਕਲਾਸਮੇਟਸ ਹੈਗੇ ਨੇ ਉਹਨਾਂ ਨੂੰ ਸਮਝਾਈਏ ਕਿ ਸਿੱਖ ਕੌਣ ਹੈਗੇ ਨੇ, ਦਸਤਾਰ ਹੈ, ਪਟਕਾ ਕੀ ਹੈਗਾ. ਅਗਰ ਅਸੀਂ ਜੋ ਕੁਝ ਆਪਣੀ ਲੋਕਲ ਕਮਿਊਨਿਟੀਜ਼ ਕਰ ਸਕਦੇ ਹਾਂ, ਸਾਡੇ ਆਪਣੇ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ. ਔਰ ਉਸ ਤਰ੍ਹਾਂ ਹੀ ਕਮਿਊਨਿਟੀ ਵਾਈਡ, ਨੇਸ਼ਨ ਵਾਈਡ ਚੇਂਜ ਹੁੰਦਾ ਹੈ, ਪਰ ਪਹਿਲੇ ਘਰਾਂ ਵਿੱਚ ਸ਼ੁਰੂ ਹੁੰਦਾ ਹੈ. Ladies and gentlemen, Mr. Amardeep, attorney, students, Dr. Saab, professor, ਹਰ ਇੱਕ ਬੜੇ ਹੀ ਸੁਲਝੇ ਹੋਏ ਸਾਰੇ ਹੈਗੇ ਨੇ ਇੱਥੇ, ਬੜੇ ਹੀ ਪੜ੍ਹੇ ਲਿਖੇ ਵਿਦਵਾਨ ਹੈਗੇ ਨੇ. Time for a break. I'm going to go back to the studio and we'll see that if we can get a little more bite from here. Stay tuned in. ਥੈਂਕ ਯੂ ਹੈਰੀ ਜੀ. ਕੋਲੰਬੀਆ ਯੂਨੀਵਰਸਿਟੀ ਤੋਂ ਸਿੱਧਾ ਪ੍ਰਸਾਰਣ ਗੈਟ ਪੰਜਾਬੀ ਦੀ ਪੂਰੀ ਟੀਮ ਪਹੁੰਚੀ ਹੋਈ ਹੈ. ਅੱਜ ਆਪਣੇ ਦਰਸ਼ਕਾਂ ਨੂੰ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸਦੇ ਹਾਂ ਕਿ ਸਾਂਝ ਜ਼ਿਲ੍ਹਾ ਦੀ ਪ੍ਰੋਗਰਾਮ ਦੇ ਵਿੱਚ ਅੱਜ ਜੋ ਮੰਦਭਾਗੀ ਘਟਨਾ ਹੋਈ ਹੈ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਪ੍ਰਭਜੋਤ ਸਿੰਘ ਜੀ ਦੇ ਨਾਲ, ਜਿਨ੍ਹਾਂ ਨੂੰ ਕਿ 22 ਲੋਕਾਂ ਨੇ ਸੜਕ 'ਤੇ ਅਟੈਕ ਕੀਤਾ. ਉਹਨਾਂ ਨੂੰ ਕਿਹਾ ਕਿ ਤੂੰ ਉਸਾਮਾ ਬਿਨ ਲਾਦੇਨ ਹੈਗਾ, ਉਸ ਤੋਂ ਬਾਅਦ ਉਹਨੂੰ ਕਿਹਾ ਕਿ ਤੂੰ ਟੈਰਰਿਸਟ ਹੈਗਾ. ਔਰ ਪ੍ਰੋਫੈਸਰ ਜਿਹੜੇ ਕਿ ਇੰਨੇ ਸਾਲਾਂ ਤੋਂ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੈਗੇ ਆ, ਉਹਨਾਂ ਦੀ ਇੱਕ ਵੱਖਰੀ ਪਹਿਚਾਣ ਬਣੀ ਹੋਈ ਹੈ ਔਰ ਸਿੱਖ ਹੈਗੇ ਨੇ. ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਪ੍ਰੋਫੈਸਰ ਸਾਹਿਬ ਜਿਹੜੇ ਹੈਗੇ ਨੇ ਉਹ ਜੋ ਇੰਟਰਨੈਸ਼ਨਲ ਅਤੇ ਪਬਲਿਕ ਅਫੇਅਰਸ ਦੇ ਪ੍ਰੋਫੈਸਰ ਹੈਗੇ ਨੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ. ਕੋਲੰਬੀਆ ਯੂਨੀਵਰਸਿਟੀ ਮੇਰੇ ਖਿਆਲ ਤੋਂ ਜਿੰਨੇ ਵੀ ਸਾਡੇ ਸਟੂਡੈਂਟਸ ਹੋਣਗੇ ਉਹਨਾਂ ਦਾ ਇੱਕ ਸੁਪਨਾ ਜ਼ਰੂਰ ਹੁੰਦਾ ਕਿ ਅਸੀਂ ਵਧੀਆ ਜਗ੍ਹਾ 'ਤੇ ਪੜ੍ਹੀਏ, ਵਧੀਆ ਯੂਨੀਵਰਸਿਟੀ ਹੋਏ, ਕਾਲਜ ਬਹੁਤ ਵਧੀਆ. ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜੇ ਪ੍ਰੋਫੈਸਰ ਪ੍ਰਭਜੋਤ ਆਪਣੀ ਮਿਹਨਤ ਦੇ ਨਾਲ, ਆਪਣੀ ਕਾਬਲੀਅਤ ਦੇ ਨਾਲ ਪਹੁੰਚੇ ਸੀਗੇ, ਉਸ ਦੇ ਵਿੱਚ ਹੇਟ ਕ੍ਰਾਈਮ ਜਾਂ ਉਹਨਾਂ ਨੂੰ ਟੈਰਰਿਸਟ ਕਰਾਰ ਦੇਣਾ ਕਿਤੇ ਤੱਕ ਸਹੀ ਹੈਗਾ, ਕਿਤੇ ਤੱਕ ਇਹ ਘਟਨਾ ਸਹੀ ਹੈਗੀ ਹੈ? ਤੁਹਾਡੇ ਬੱਚੇ ਵੀ ਸਕੂਲਾਂ ਦੇ ਵਿੱਚ ਜਾਂਦੇ ਨੇ, ਤੁਹਾਡੇ ਬੱਚੇ ਵੀ ਪੱਗ ਬੰਨ੍ਹ ਕੇ ਔਰ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਭਾਵੇਂ ਅਸੀਂ ਅਮਰੀਕਾ ਦੇ ਵਿੱਚ ਆਏ ਹਾਂ ਪਰ ਅਸੀਂ ਆਪਣੇ ਕਲਚਰ ਨੂੰ ਇੱਥੇ ਬਚਾ ਕੇ ਰੱਖਣਾ ਹੈ, ਉਸ ਨੂੰ ਫੋਲੋ ਕਰਨਾ ਹੈ, ਉਸ ਨੂੰ ਦੁਨੀਆ ਤੱਕ ਵੀ ਪਹੁੰਚਾਉਣਾ ਹੈ ਨਾਲ ਨਾਲ. ਪਰ ਕਿ ਤੁਸੀਂ ਸੋਚਦੇ ਹੋ ਕਿ ਇੱਦਾਂ ਦੀ ਕੋਈ ਘਟਨਾ ਤੁਹਾਡੇ ਬੱਚਿਆਂ ਨਾਲ ਹੁੰਦੀ ਹੈ? ਹੋ ਸਕਦਾ ਬੱਚੇ ਆਪਣੇ ਲੈਵਲ 'ਤੇ ਸਕੂਲ ਦੇ ਵਿੱਚ ਐਡਜਸਟ ਕਰ ਰਹੇ ਨੇ, ਹੋ ਸਕਦਾ ਹੈ ਉਹ ਤੰਗ ਹੋ ਰਹੇ ਨੇ ਔਰ ਉਹ ਤੁਹਾਡੇ ਨਾਲ ਉਸ ਬਾਰੇ ਗੱਲ ਨਹੀਂ ਕਰਦੇ. ਕਿਉਂਕਿ ਜਦੋਂ ਅਸੀਂ ਹੇਟ ਕ੍ਰਾਈਮ ਦੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਬੜੀਆਂ ਹੋਰ ਪਰੇਸ਼ਾਨੀਆਂ ਨੇ. ਇੰਡੀਆ ਦੇ ਵਿੱਚ ਬੜੀ ਭੁੱਖਮਰੀ ਹੈਗੀ ਹੈ. ਇੰਡੀਆ ਦੇ ਵਿੱਚ ਗਰੀਬੀ ਦੀ ਜਿਹੜੀ ਲਾਈਨ ਹੈਗੀ ਆ ਉਸ ਤੋਂ ਉੱਪਰ ਹੀ ਨਹੀਂ ਉੱਠੇ ਹਾਲੇ ਤੱਕ. ਪਰ ਇਹਨਾਂ ਮੁਲਕਾਂ ਦੇ ਵਿੱਚ ਹੋਰ ਇੱਦਾਂ ਦੀਆਂ ਜਿਹੜੀ ਪ੍ਰੋਬਲਮਸ ਹੈਗੀਆਂ ਉਹਨਾਂ ਦਾ ਸਾਹਮਣਾ ਤੁਸੀਂ ਕਿੱਦਾਂ ਕਰਨ ਲਈ ਆਪਣੇ ਆਪ ਨੂੰ ਤਿਆਰ ਸਮਝਦੇ ਹੋ? ਤੁਸੀਂ ਸੋਚਦੇ ਹੋ ਤੁਸੀਂ ਸਾਰੇ ਤਿਆਰ ਹੈਗੇ ਹੋ? ਮੈਂ ਤੁਹਾਡੀ ਆਪਣੀ ਸ਼ਹਿਰੀ ਦਿੱਤਾ ਅੱਜ ਜੋ ਹੇਟ ਕ੍ਰਾਈਮ, ਜੇ ਮੈਂ ਗੱਲ ਕਰਾਂ ਵਿਸਕੌਨਸਿਨ ਦੀ, ਮਿਲਵਾਕੀ ਦੇ ਵਿੱਚ ਕੋਈ ਇੱਕ ਗੋਰਾ ਆਇਆ ਔਰ ਸਿੱਖ ਨੂੰ ਮੁਸਲਮਾਨ ਸਮਝ ਕੇ ਲੋਕਾਂ ਨੂੰ ਬੰਦੂਕ ਦੇ ਨਾਲ ਸਰੇਆਮ ਮਾਰ ਕੇ ਚਲਾ ਜਾਂਦਾ ਹੈ. ਉਸ ਤੋਂ ਬਾਅਦ ਅਸੀਂ ਦੁੱਖ ਜਤਾਉਂਦੇ ਹਾਂ ਵੀ ਸਾਨੂੰ ਅਫਸੋਸ ਹੈ ਘਟਨਾ ਹੋਈ ਹੈ. ਉਸ ਤੋਂ ਬਾਅਦ ਕੀ ਕੀਤਾ ਅਸੀਂ? ਦੁਨੀਆ ਦਾ 5ਵੇਂ ਨੰਬਰ ਦਾ ਮੋਸਟ ਪੋਪੂਲਰ ਰਿਲੀਜਨ, ਜਿਸ ਦੇ ਵਿੱਚ ਜੇ ਮੈਂ
ਸ਼ਹਿਰੀ ਦੱਤਾ, ਜਿਸ ਨੂੰ ਕਿ ਜੇ ਧਰਮ ਦੀ ਮੈਂ ਕਹਾਂ ਕਿ ਮੈਨੂੰ ਬਹੁਤ ਸਮਝ ਹੈ, ਨਹੀਂ ਮੈਨੂੰ ਸਮਝ ਨਹੀਂ ਹੈ, ਪਰ ਮੈਂ ਪੰਜਾਬੀ ਚੈਨਲ ਦੇ ਨਾਲ ਕੰਮ ਕਰਦੀ ਹੈਗੀ ਹਾਂ ਔਰ ਉਸ ਪੰਜਾਬੀ ਚੈਨਲ ਦੇ ਵਿੱਚ ਮੈਨੂੰ ਜੇ ਨਗਰ ਕੀਰਤਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਤੇ ਮੈਂ ਸੋਚਦੀ ਹਾਂ ਕਿ ਮੇਰੀ ਬਹੁਤ ਚੰਗੀ ਕਿਸਮਤ ਹੈਗੀ ਹੈ। ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਆ ਕਿ ਅੱਜ ਮੌਕਾ ਮਿਲ ਰਿਹਾ ਕਿ ਮੈਂ ਗੁਰੂਆਂ ਦੇ ਬਾਰੇ ਕੁਝ ਦੱਸ ਸਕਾਂ। ਮੈਂ ਜਦੋਂ ਉਹਨਾਂ ਦੀ ਕੁਰਬਾਨੀਆਂ, ਉਹਨਾਂ ਦੀਆਂ ਸ਼ਹੀਦੀਆਂ, ਉਹਨਾਂ ਦੀਆਂ ਸਿੱਖਿਆਵਾਂ ਨੂੰ ਸੁਣਦੀ ਹੈਗੀ ਹਾਂ, ਮੇਰੇ ਰੌਂਗਟੇ ਖੜੇ ਹੋ ਜਾਂਦੇ ਆ। ਤੁਸੀਂ ਸਾਰੇ ਜਿਹੜੇ ਦਿੱਗਜ, ਜਿਹੜੇ ਮਹਾਰਥੀ, ਜਿਹੜੇ ਸਾਰੇ ਤੁਸੀਂ ਸਾਡੇ ਬਜ਼ੁਰਗ ਹੈਗੇ ਹੋ, ਤੁਸੀਂ ਸਾਰੇ ਜਿਹੜੇ ਇਨਵੋਲਵ ਹੈਗੇ ਹੋ ਸਿੱਖ ਧਰਮ ਦੇ ਨਾਲ, ਤੁਸੀਂ ਕਿਤੇ ਤੁਹਾਡੇ ਤੋਂ ਘਾਟ ਰਹਿ ਰਹੀ ਹੈ ਕਿ ਤੁਹਾਡੇ ਵੱਲੋਂ ਇਹ ਸੁਨੇਹਾ ਨਈ ਦੁਨੀਆ ਤੱਕ ਪਹੁੰਚਾਇਆ ਜਾ ਰਿਹਾ। ਪਰਮਿੰਦਰ ਜੀ, ਥੈਂਕ ਯੂ ਸੋ ਮਚ। ਪਰਮਿੰਦਰ ਜੀ ਨੇ ਮੇਰੇ ਨਾਲ ਗੱਲ ਕੀਤੀ, ਬਲਜੀਤ ਜੀ ਨੇ ਮੇਰੇ ਨਾਲ ਗੱਲ ਕੀਤੀ। ਬਲਜੀਤ ਜੀ ਮੇਰੇ ਨਾਲ ਲਾਈਨ ਤੇ ਬਣੇ ਹੋਏ ਆ। ਹੈਲੋ ਬਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਹਿਰੀ ਜੀ। ਜੀ ਬਲਜੀਤ ਜੀ, ਕਿਵੇਂ ਦਾ ਮਹਿਸੂਸ ਹੁੰਦਾ? ਵੈਸੇ ਤੇ ਘਰ ਬਹਿ ਕੇ ਜੇ ਆਪਾਂ ਟੀਵੀ ਤੇ ਕੋਈ ਵੀ ਖਬਰ ਸੁਣਦੇ ਹੈਗੇ ਆ, ਭਾਵੇਂ ਦੁਨੀਆ ਦੀ ਕਿਸੇ ਮੁਲਕ ਦੀ ਆ, ਅਸੀਂ ਅਫਸੋਸ ਕਰ ਸਕਦੇ ਆ ਪਰ ਕਰਦੇ ਕੁਝ ਨਹੀਂ ਆ। ਤੁਸੀਂ ਕੀ ਸੋਚਦੇ ਹੋ, ਕੀ ਕਰਨਾ ਚਾਹੀਦਾ? ਸ਼ਹਿਰੀ ਜੀ, ਮੈਂ ਤਾਂ ਇਹ ਸੋਚਦੀ ਵੀ ਕਰਨਾ ਚਾਹੀਦਾ ਸਾਡੀ ਸਿੱਖ ਕੌਮ ਨੂੰ ਇੱਕ ਮੁੱਠ ਹੋ ਕੇ ਇਸ ਤੇ ਜ਼ਰੂਰ ਹੀ ਉਹਦੇ ਮਨਜੋਤ ਸਿੰਘ ਦੇ ਜੋ ਅਟੈਕ, ਪ੍ਰਭਜੋਤ ਸਿੰਘ, ਹਾਂਜੀ ਹਾਂਜੀ, ਉਹਦੇ ਤੇ ਇਸ ਟੌਪਿਕ ਚੁੱਕਣਾ ਚਾਹੀਦਾ, ਲੈਣਾ ਚਾਹੀਦਾ ਵਾ, ਕਿਉਂਕਿ ਅੱਜ ਉਹਨਾਂ ਦੇ ਨਾਲ ਜੋ ਘਟਨਾ ਹੋਈ ਬਹੁਤ ਹੀ ਮੰਦਭਾਗੀ ਇਹ ਗੱਲ ਆ ਜੀ। ਤੇ ਵੇਖੋ, ਮੈਂ ਇਹ ਗੱਲ ਕਹਿੰਦੀ, ਮੈਂ ਇਹ ਨਹੀਂ ਕਹਿੰਦੀ ਕਿ ਜਾਂ ਸਿੱਖ ਕੌਮ ਇੱਕ ਵੱਖਰੀ ਕੌਮ ਆ। ਕੌਮਾਂ ਜਿਹੜੀਆਂ ਭਾਵੇਂ ਮੁਸਲਮਾਨ ਆ, ਭਾਵੇਂ ਈਸਾਈ ਆ, ਭਾਵੇਂ ਸਿੱਖ ਆ, ਕੋਈ ਵੀ ਆ, ਹੈ ਹੀ ਸਾਰੇ ਇੱਕ ਹੀ ਗੁਰੂ ਮਹਾਰਾਜ ਵਾਲੇ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਾਂ ਦੇ 4 ਬੱਚੇ ਆ ਜੀ, ਉਹ ਮਾਂ 4 ਬੱਚਿਆਂ ਦਾ ਨਾਂ ਇੱਕ ਨਹੀਂ ਰੱਖਦੀ, ਅਲੱਗ-ਅਲੱਗ ਰੱਖਦੀ ਹੈ ਨਾ। ਬਿਲਕੁਲ ਠੀਕ ਹੈ, ਹਾਂਜੀ ਹਾਂ। ਤੇ ਹੈ ਉਹ ਮਾਂ ਇੱਕੇ ਮਾਂ ਦੇ ਆ ਜੀ, 4 ਬੱਚੇ ਹੈ ਇੱਕੇ ਮਾਂ ਦੇ, ਹੈ ਮੁਸਲਮਾਨਾਂ ਜਾਂ ਕੋਈ ਵੀ ਹੈ, ਜਾਤਾਂ ਪਾਤਾਂ ਅਸੀਂ ਆਪਣੀਆਂ ਇੱਥੇ ਆ ਕੇ ਆਪ ਬਣਾ ਲੀਆਂ, ਅਸੀਂ ਇੱਕ ਹੀ ਆ। ਪਰ ਇਹ ਗੱਲ ਜ਼ਰੂਰ ਆ ਕਿ ਜਿਹੜੀ ਇਹ ਕੌਮ ਆ ਨਾ ਇੱਥੇ ਗੋਰੇ ਕਾਏ, ਇਹ ਸਿੱਖ ਦੀ ਪਛਾਣ ਅੱਜ ਤੱਕ ਪਾ ਨਹੀਂ ਸਕੇ ਕਿ ਸਿੱਖ ਹੈਗੀ ਹੈ ਨਾ। ਹਾਂਜੀ ਬਿਲਕੁਲ ਠੀਕ ਹੈ, ਠੀਕ ਹੈ। ਕਿਉਂਕਿ ਉਹ ਮੁਸਲਮਾਨ ਦੀ ਦਾੜੀ ਵੇਖ ਲੈਂਦੇ ਆ ਜਾਂ ਉਹ ਕਿਵੇਂ ਵੇਖ ਲੈਂਦੇ ਆ, ਉਹਨਾਂ ਨੂੰ ਅੱਜ ਤੱਕ ਇਹ ਸਮਝੇ ਨੇ ਜੋ 50-60 ਸਾਲ ਤੋਂ ਇੱਥੇ ਸਿੱਖ ਵਸਦਾ ਪਛਾਣ ਨਹੀਂ ਪਾ ਸਕਦੇ। ਤੇ ਫਿਰ ਸ਼ਹਿਰੀ ਜੇ ਸਿੱਖ ਕੌਮ ਇੱਕ ਥਾਂ ਇਕੱਠੀ ਹੋ ਕੇ ਉਹਨਾਂ ਨੂੰ ਦੱਸੂਗੀ ਤਾਂ ਫੇਰ ਹੀ ਉਹਨਾਂ ਨੂੰ। ਔਰ ਪਰਮਿੰਦਰ ਜੀ ਨੇ ਵੀ ਮੇਰੇ ਨਾਲ ਗੱਲ ਕੀਤੀ ਟੈਕਸਸ ਤੋਂ, ਕਹਿੰਦੇ ਵੀ ਜਿਹੜੇ ਕਾਲੇ ਹੈਗੇ ਆ, ਗੋਰੇ ਹੈਗੇ ਆ, ਉਹ ਘਰ ਘਰ ਆਉਂਦੇ ਆ, ਉਹ ਵੰਡਣ ਵਾਸਤੇ ਨਾ ਪੇਪਰ ਲੈ ਕੇ ਆਉਂਦੇ ਆ ਵੀ ਸਾਡੀ ਚਰਚ ਹੈਗੀ ਆ, ਅਸੀਂ ਉੱਥੇ ਜਾਂਦੇ ਆ। ਤੇ ਉਹ ਕਹਿੰਦੇ ਵੀ ਜੇ ਉਹ ਕਰ ਸਕਦੇ ਆ, ਉਹ ਦੱਸਦੇ ਆ ਨਾ ਵੀ ਅਸੀਂ ਕੀ ਕਰਦੇ ਆ, ਅਸੀਂ ਚਰਚ ਵਿੱਚ ਕੀ ਸਿੱਖਿਆਵਾਂ ਦਿੰਦੇ ਆ, ਸਾਨੂੰ ਜੁਆਇਨ ਕਰੋ। ਤੇ ਅਸੀਂ ਤੇ ਉਹਨਾਂ ਤੋਂ ਮੇਰੇ ਖਿਆਲ ਤੋਂ 100 ਗੁਣਾ ਜ਼ਿਆਦਾ ਜਿਹੜੇ ਸਾਡੇ ਨਗਰ ਕੀਰਤਨ ਹੁੰਦੇ ਨੇ, ਅਸੀਂ ਉਹ ਪ੍ਰਚਾਰ ਕਰਨ ਵਾਸਤੇ ਕਰਦੇ ਆ ਨਾ, ਕਰਦੇ ਆ, ਹੈ ਨਾ। ਬਿਲਕੁਲ ਬਿਲਕੁਲ, ਉਸ ਤੋਂ 100 ਗੁਣਾ ਜ਼ਿਆਦਾ ਉਸ ਦੇ ਵਿੱਚ ਕਿੰਨੇ ਮਤਲਬ ਮੇਅਰ ਆਉਂਦੇ ਨੇ, ਕਾਂਗਰਸਮੈਨ ਆਉਂਦੇ ਨੇ, ਸਿਟੀ ਕੌਂਸਲਮੈਨ ਆਉਂਦੇ ਨੇ, ਕਿੰਨੇ ਲੋਕੀ ਆਉਂਦੇ ਨੇ, ਹੈ ਨਾ। ਔਰ ਫਿਰ ਵੀ ਸਾਡੇ ਨਾਲ ਏਦਾਂ ਦੀ ਘਟਨਾ ਹੋ ਰਹੀ ਆ, ਕਿਉਂ? ਕਿੰਨੇ ਗੁਰਦੁਆਰੇ ਅਮਰੀਕਾ ਵਿੱਚ ਬਣੇ ਆ, ਰੋਜ਼ ਨਗਰ ਕੀਰਤਨ ਹੁੰਦੇ ਆ, ਰੋਜ਼ ਵਿਚਾਰ ਟੀਵੀ ਤੇ ਦੱਸਦੇ ਗੁਰਦੁਆਰਿਆਂ ਬਾਰੇ, ਕੀ ਉਹਨਾਂ ਨੂੰ ਉਹ ਸੁਣ ਕੇ ਸਮਝ ਨਹੀਂ ਆਉਂਦੀ? ਦੇਖ ਲਓ, ਬਿਲਕੁਲ ਪਤਾ ਨਹੀਂ ਕਿੱਥੇ ਕੀ ਕਨਫਿਊਜ਼ਨ ਹੋ ਰਿਹਾ ਹੈ, ਜਾਂ ਸੋਚੀ ਸਮਝੀ ਸਾਜ਼ਿਸ਼ਾਂ ਹੁੰਦੀਆਂ ਵੀ ਤੰਗ ਕਰਨਾ ਹੈਗਾ, ਕਮਿਊਨਿਟੀ ਨੂੰ ਤੰਗ ਕਰਨਾ ਹੈਗਾ, ਜਾਂ ਅਸੀਂ, ਹੈ ਨਾ। ਸ਼ਹਿਰੀ ਜਿਵੇਂ ਉਹ ਲੜਕੀ ਆ ਹੈ ਨਾ ਇੰਡੀਅਨ ਤੋਂ, ਬਿਲਕੁਲ ਦੇਖ ਲਓ ਤੁਸੀਂ, ਜੇ ਉਸ ਦੀ ਵੀ ਉਹ ਤੋਂ ਕਿੰਨੇ ਮਾੜੇ ਕਮੈਂਟ ਆ ਰਹੇ ਕੀ ਗੱਲ, ਅਸੀਂ ਕਿਸੇ ਅੱਗੇ ਇੱਥੇ ਇੰਨਾ ਚਿਰਾਂ ਦੇ ਰਹਿ ਕੇ ਇੱਥੇ ਇੰਨੀ ਪ੍ਰਾਪਰਟੀ ਬਣਾ ਕੇ ਇੱਥੇ ਸਭ ਕੁਝ ਕਰਕੇ ਇੰਨੇ ਅਹੁਦਿਆਂ ਤੇ ਜਾ ਕੇ ਕੀ ਗੱਲ ਅਸੀਂ ਹਰ ਕੰਮ ਵਿੱਚ ਭਾਗ ਲੈ ਸਕਦੇ ਨਾ? ਬਿਲਕੁਲ ਲੈ ਸਕਦੇ, ਕਿਉਂ ਨਹੀਂ। ਆਪਾਂ ਤੇ ਜੇ ਸੋਚਦੇ ਰਵਾਂਗੇ ਕਿ ਹੇਟ ਕ੍ਰਾਈਮ ਹੋਏਗਾ ਸਾਡੇ ਨਾਲ। मेरी बेटी बड़ी अपसेट सीगी बलजीत जी, कहती मम्मा देखो इतनी इंटेलिजेंट है वो और उसको नहीं जीने दे रहे, जो कि मिस अमेरिका, उसको कह रहे हैं कि ये कहाँ से आ गई, ये क्यों बन गई है, अब तो इंडियन राज करेंगे। ओए जिस तरह साडे ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਜੇ ਬਰਾਕ ਓਬਾਮਾ ਦੀ ਗੱਲ ਕਰੀਏ, ਉਹਨਾਂ ਨੂੰ ਵੀ ਬਹੁਤ ਕਮੈਂਟਸ ਦਾ ਸਾਹਮਣਾ ਕਰਨਾ ਪਿਆ ਸੀਗਾ ਜੇ ਉਹ ਪ੍ਰੈਜ਼ੀਡੈਂਟ ਬਣੇ ਹੈਗੇ ਆ। ਤੇ ਪਰ ਕਿਤੇ ਨਾ ਕਿਤੇ ਅਸੀਂ ਜੇ ਵੱਖਰੇ ਹੈਗੇ ਆ, ਸਾਡੇ ਮਨ ਦੇ ਵਿੱਚ ਪਿਆਰ ਹੈਗਾ ਇੱਕ ਦੂਜੇ ਦੇ ਲਈ, ਅਸੀਂ ਕਿੰਨੀ ਦੂਜੀ ਕਮਿਊਨਿਟੀਜ਼ ਨੂੰ ਤੁਸੀਂ ਦੇਖ ਲਓ, ਸਿੱਖ ਕੌਮ ਸਭ ਤੋਂ ਅੱਗੇ ਖੜੀ ਹੁੰਦੀ ਆ ਸਾਰਿਆਂ ਦੀ ਮਦਦ ਕਰਨ ਵਾਸਤੇ, ਬਿਲਕੁਲ ਸਭ ਤੋਂ ਅੱਗੇ। ਪਤਾ ਚੱਲ ਜੇ ਗਰੁੱਪ ਇਕੱਠੇ ਹੋ ਜਾਂਦੇ ਆ, ਆਓ ਅਸੀਂ ਕਰਦੇ ਆ ਮਦਦ ਜਾ ਕੇ, ਅੱਛਾ ਭਰਾ ਆਇਆ ਸਾਡਾ, ਕੋਈ ਆਪਣਾ ਆਇਆ, ਚਲੋ ਸਾਰੇ ਆਪਾਂ ਉਹਦੀ ਰਲ ਮਿਲ ਕੇ ਮਦਦ ਕਰਦੇ ਆ। ਉਸ ਤੋਂ ਬਾਅਦ ਐਦਾਂ ਦੀ ਘਟਨਾ ਹੋ ਜਾਏ, ਫਿਰ ਬੰਦਾ ਜਾਏਗਾ ਕਿਤੇ?
ਮੈਂ ਤਾਂ ਆਪਣੇ ਸਾਰੇ ਸਿੱਖ ਭੈਣ ਭਰਾ ਨੂੰ, ਭੈਣ ਆ ਜਾਂ ਭਾਈ ਆ ਜਾਂ ਕੋਈ ਵੀ ਆ, ਬੱਚੇ ਆ ਸਾਡੇ, ਉਹਨਾਂ ਨੂੰ ਹੱਥ ਜੋੜ ਕੇ ਉਹ ਬੇਨਤੀ ਕਰਦੀ ਕਿ ਤੁਸੀਂ ਅੱਗੇ ਆਓ, ਉੱਠੋ, ਇਸ ਬਾਰੇ ਵਿਚਾਰ ਕਰੋ। ਅੱਜ ਉਹਦੇ ਨਾਲ ਹੋਇਆ, ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ। ਬਲਜੀਤ ਜੀ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਨੈਕਸਟ ਕਾਲ ਲੈਣੇ ਆ। ਸਾਡੇ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਪਤਾ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਸ਼ੈਰੀ ਜੀ। ਹਾਂਜੀ, ਕੌਣ ਬੋਲ ਰਹੇ ਤੁਸੀਂ? ਹਾਂਜੀ ਹਾਂਜੀ, ਬਿੱਟੂ ਬੋਲਦਾ ਪਿਆ। ਮੈਂ ਜੀ ਤੁਹਾਨੂੰ ਪੁੱਛਣਾ ਹੀ ਕੁਛ, ਮੇਰੀ ਮੰਮੀ ਹੈ, ਉਹਨਾਂ ਦੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਬਹੁਤ ਆ। ਬਿੱਟੂ ਜੀ ਵੈਰੀ ਸੌਰੀ, ਮੈਂ ਤੁਹਾਡੇ ਤੋਂ ਬਹੁਤ ਰਿਕੁਐਸਟ ਕਰਦੀ ਹਾਂ, ਥੈਂਕ ਯੂ ਸੋ ਮਚ ਤੁਸੀਂ ਸ਼ੋਅ ਦੇ ਵਿੱਚ ਕਾਲ ਕੀਤੀ ਹੈ, ਪਰ ਕੀ ਤੁਸੀਂ ਦੇਖ ਨਹੀਂ ਰਹੇ ਕਿ ਅੱਜ ਅਸੀਂ ਕਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ? ਨਹੀਂ, ਮੈਂ ਦੇਖਿਆ ਨਹੀਂ ਹੈਗਾ ਸੀ, ਮੈਂ ਘਰ ਨਹੀਂ ਹੈਗਾ, ਹਸਪੀਟਲ ਆਈ ਐਮ ਸੋ ਸੌਰੀ ਬਿੱਟੂ ਜੀ। ਮੈਂ ਤੁਹਾਡੇ ਨਾਲ ਆਪਣੇ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਕਰਨਾ ਚਾਹਨੀ ਹਾਂ ਕਿ ਮੇਰਾ ਈਮੇਲ ਐਡਰੈਸ ਹੈਗਾ shairi@getpunjabi.tv। ਜੇ ਸਾਰਿਆਂ ਨੂੰ ਟਾਈਮ ਲੱਗਦਾ ਹੈ, ਇੱਕ ਸੈਕਿੰਡ ਬਾਅਦ ਆਪਾਂ ਆਪਣੇ ਮੋਬਾਈਲ ਚੱਕਨੇ ਆ ਤੇ ਉਹਨਾਂ ਦੇ ਮੈਸੇजेस ਵੇਖਦੇ ਆ, ਉਸ ਤਰੀਕੇ ਦੇ ਨਾਲ 1 ਮਿੰਟ ਲਾਓ ਤੇ ਮੈਨੂੰ ਈਮੇਲ ਕਰਕੇ ਆਪਣਾ ਸਵਾਲ ਪੁੱਛੋ, ਮੈਂ ਉਸ ਦਾ ਜਵਾਬ ਜ਼ਰੂਰ ਦੇਵਾਂਗੀ। ਓਕੇ, ਥੈਂਕ ਯੂ ਸੋ ਮਚ। ਮੈਂ ਪਹਿਲੇ ਸੋਚ ਰਹੀ ਸੀ ਕਿ ਮੈਂ ਕਿਹਾ ਕਈ ਵਾਰੀ ਹੁੰਦਾ ਕਿ ਆਪਾਂ ਬਸ ਕਾਲ ਕਰਨੀ ਹੈਗੀ ਹੈ, ਠੀਕ ਹੈ, ਆਈ ਐਪਰੀਸ਼ੀਏਟ ਕਿ ਤੁਸੀਂ ਸ਼ੋਅ ਨੂੰ ਇੰਨੀ ਵੈਲਿਊ ਦਿੰਦੇ ਹੈਗੇ ਹੋ ਔਰ ਉਸ ਦੇ ਵਿੱਚ ਸ਼ਾਮਲ ਹੁੰਦੇ ਹੋ, ਪਰ ਕਈ ਵਾਰੀ ਜਦੋਂ ਗੰਭੀਰ ਵਿਸ਼ੇ ਤੇ ਗੱਲ ਹੋਈ ਫਿਰ ਹੋਰ ਕੋਈ ਗੱਲ ਚੰਗੀ ਨਹੀਂ ਲੱਗਦੀ, ਫਿਰ ਲੱਗਦਾ ਹੈ ਕਿ ਆਪਾਂ ਉਸ ਤੋਂ ਜਿਹੜਾ ਉਹ ਟਰੈਕ ਚੇਂਜ ਨਾ ਕਰੀਏ। ਨੈਕਸਟ ਕਾਲ ਲੈਣੀ ਆ, ਆਈ ਹੋਪ ਕਿ ਗੋਡਿਆਂ ਦੀ ਦਰਦ ਦੀ ਨਹੀਂ ਹੋਏਗੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਆਮ ਸੌਰੀ, ਫੋਨ ਮਿਲਿਆ ਪਰ ਗੱਲ ਨਹੀਂ ਹੋ ਸਕੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਬੇਟਾ, ਸ਼ੈਰੀ ਬੇਟਾ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਬੇਟਾ ਜੀ ਮੈਂ ਸਰਮੁਖ ਸਿੰਘ ਇੱਥੋਂ ਡੈਲਸ ਤੋਂ ਬੋਲ ਰਿਹਾ ਜੀ। ਤੁਸੀਂ ਅੱਜ ਦਾ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਸਾਡੇ ਸਿੱਖਾਂ ਤੇ ਬਹੁਤ ਵਰਤ ਰਹੀਆਂ। ਹਾਂਜੀ ਸਰ, ਹਾਂਜੀ ਜੀ। ਬੜਾ ਦਿਲ ਨਾਲ ਜਦੋਂ ਇਹੋ ਜਿਹੀ ਕੋਈ ਮੰਦਭਾਗੀ ਸਾਡੇ ਕਮਿਊਨਿਟੀ ਤੇ ਵਰਤਦੀ ਆ, ਉਦੋਂ ਮਨ ਜਿਹੜਾ ਆ ਬੜਾ ਦੁਖੀ ਹੁੰਦਾ। ਬਿਲਕੁਲ ਠੀਕ ਹੈ ਜੀ। ਦੇਖੋ ਆਪਾਂ ਨਾ ਤੇ ਸਾਡਾ ਧਰਮ ਕੋਈ ਇਹੋ ਜਿਹਾ ਨਹੀਂ ਕਿ ਅਸੀਂ ਦੂਜਿਆਂ ਨੂੰ ਹੇਟ ਕਰੀਏ। ਬਿਲਕੁਲ ਠੀਕ ਹੈ ਜੀ। ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਆ, ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ, ਹਰ ਇੱਕ ਧਰਮ ਦਾ ਆਦਰ ਕਰਦੇ ਆ ਜੀ। ਬਿਲਕੁਲ। ਹੁਣ ਸਾਨੂੰ ਥੋੜਾ ਜਿਹਾ ਸਾਡੀ ਲੀਡਰਸ਼ਿਪ ਨੂੰ ਤੇ ਸ਼ੈਰੀ ਜੀ ਸਾਨੂੰ ਸੁਚੇਤ ਹੋਣਾ ਪੈਣਾ। ਬਿਲਕੁਲ ਠੀਕ ਹੈ। ਸਾਨੂੰ ਆਪਣੇ ਜਿੰਨੇ ਵੀ ਇੰਡੀਅਨ ਆ, ਸਭ ਕਿਸੇ ਤਰ੍ਹਾਂ ਵੀ ਆ, ਭਾਵੇਂ ਜੋ ਕੁਝ ਮਰਜ਼ੀ ਆ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਬਿਲਕੁਲ ਇਕੱਠੇ ਹੋਣਾ ਪੈਣਾ ਜੀ। ਇਕੱਠੇ ਹੋ ਕੇ ਅਸੀਂ ਫੇਰ ਇਹ ਲੜਾਈ ਲੜ ਸਕਦੇ ਆ, ਨਹੀਂ ਤੇ ਇਕੱਲੇ ਕਮਿਊਨਿਟੀ ਦੀ ਕੋਈ ਲੜਾਈ ਨਹੀਂ ਹੈ। ਸਰ ਤੁਸੀਂ ਬੜੀ ਵਧੀਆ ਗੱਲ ਕੀਤੀ, ਔਰ ਤੁਹਾਡੇ ਨਾਲ ਗੱਲ ਕਰਦੇ ਕਰਦੇ ਟੀਵੀ ਦੀ ਆਵਾਜ਼ ਪਲੀਜ਼ ਹੌਲੀ ਕਰ ਦਿਓ ਤੁਸੀਂ। ਅੱਛਾ ਬੇਟਾ ਜੀ। ਹਾਂਜੀ, ਮੈਂ ਇੱਕ ਮੇਰੇ ਮਨ ਦੇ ਵਿੱਚ ਗੱਲ ਆ ਰਹੀ ਹੈ ਹਾਂਜੀ ਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖ ਕੌਮ, ਸਿੱਖ ਧਰਮ ਦੇ ਲਈ ਦਿੱਤੀਆਂ ਗਈਆਂ, ਇਸ ਧਰਮ ਨੂੰ ਬਚਾਉਣ ਦੇ ਲਈ ਔਰ ਪੂਰੀ ਦੁਨੀਆ ਦੇ ਵਿੱਚ ਇਸ ਦਾ ਪ੍ਰਚਾਰ ਕਰਨ ਦੇ ਲਈ। ਔਰ ਜੋ ਕੁਰਬਾਨੀਆਂ ਸਾਡੇ ਗੁਰੂਆਂ ਨੇ ਦਿੱਤੀਆਂ, ਸ਼ਾਇਦ ਮੈਂ ਇਸ ਕਾਬਿਲ ਨਹੀਂ ਸਮਝਦੀ ਕਿ ਮੈਂ ਬਹੁਤ ਬਿਆਨ ਕਰ ਸਕਾਂ ਚੰਗੀ ਤਰੀਕੇ ਨਾਲ, ਪਰ ਜਿੰਨਾ ਕੁ ਮੈਨੂੰ ਪਤਾ ਹੈਗਾ, ਜੋ ਕੁਰਬਾਨੀਆਂ ਸਾਡੇ ਗੁਰੂਆਂ ਨੇ ਦਿੱਤੀਆਂ, ਜਿਨ੍ਹਾਂ ਦਾ ਮੈਨੂੰ ਪਤਾ ਹੈਗਾ, ਉਹ ਕੁਰਬਾਨੀਆਂ ਦੀ ਤੇ ਇੱਕ ਖੂਨ ਦੀ ਬੂੰਦ ਨਹੀਂ ਕੋਈ ਹੋਰ ਕੌਮ ਦੇ ਸਕਦੀ ਹੈਗੀ ਆ। ਤੇ ਇਹ ਗੋਰੇ ਕਾਲੇ ਸੋਚਦੇ ਆ ਕਿ ਕੀ ਸਾਨੂੰ ਲੜਨਾ ਨਹੀਂ ਆਂਦਾ, ਕਿ ਕੀ ਸਾਨੂੰ ਜਵਾਬ ਦੇਣਾ ਨਹੀਂ ਆਂਦਾ। ਸ਼ੈਰੀ ਜੀ ਬੇਟਾ ਜੀ ਤੁਹਾਡੀ ਇੱਕ ਗੱਲ ਜੀ। ਹੈਲੋ ਜੀ ਸਰ, ਹਾਂਜੀ ਮੈਂ ਸੁਣ ਰਹੀ ਹਾਂ। ਤੁਹਾਡੀ ਇੱਕ ਗੱਲ ਮੈਂ ਟੋਕ ਕੇ ਗੱਲ ਕਰ ਰਿਹਾ। ਜੀ ਜੀ ਜੀ। ਤੁਸੀਂ ਸੱਚੇ ਪਾਤਸ਼ਾਹ, 10ਵੇਂ ਪਾਤਸ਼ਾਹ ਦੀ ਗੱਲ ਦੇਖੋ, ਸੁਣੋ ਮੇਰੀ ਗੱਲ। ਹਾਂਜੀ। ਸੱਚੇ ਪਾਤਸ਼ਾਹ ਨੇ 4 ਵਰਨਾਂ ਨੂੰ ਇੱਕ ਥਾਂ ਰੱਖਿਆ ਜੀ। ਉਹਨਾਂ ਨੇ ਕੋਈ ਭੇਦਭਾਵ ਨਹੀਂ ਰੱਖਿਆ, ਇਹ ਨੀਚ ਹੈ, ਇਹ ਉੱਚ ਹੈ, ਵੱਡਾ ਹੈ, ਛੋਟਾ ਹੈ। ਜੀ ਬਿਲਕੁਲ ਠੀਕ। ਉਹਨਾਂ ਨੇ ਤਾਂ ਸਾਰਿਆਂ ਨੂੰ ਇੱਕ ਛਾਬੇ 'ਚ ਰੱਖਿਆ ਸੀ ਵੀ ਸਾਰੇ ਇਕੱਠੇ ਹੋ ਜਾਣ। ਬਿਲਕੁਲ ਠੀਕ ਹੈ। ਇਸ ਕਰਕੇ ਜਿਵੇਂ ਅਸੀਂ ਸੁਣਦੇ ਉਹਨੇ ਇਕੱਠ ਲੋਹੇ ਦੀ ਲੱਠ। ਹਾਂਜੀ। ਤੇ ਜੇ ਅਸੀਂ ਇਕੱਠੇ ਨਾ ਹੋਏ, ਇੱਥੇ ਆ ਕੇ 10ਵੇਂ ਪਾਤਸ਼ਾਹ ਦੇ ਮਾਰਗ ਤੇ ਅਸੀਂ ਚੱਲੀਏ, ਹਾਂਜੀ, ਤੇ ਸਾਨੂੰ ਇੱਕ ਦੂਜੇ ਨਾਲ ਭੇਦਭਾਵ ਛੱਡ ਕੇ ਸਾਨੂੰ ਇੱਥੇ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆ, ਇਕਜੁੱਟ ਹੋ ਕੇ। ਜੀ। ਜੇ ਅਸੀਂ ਇਕੱਲੇ ਲੜਾਂਗੇ ਨਾ, ਅਸੀਂ ਇਕੱਲੇ ਦੀ ਕੋਈ ਵੈਲਿਊ ਨਹੀਂ। ਬਿਲਕੁਲ ਠੀਕ। ਇੱਕ ਗੱਲ ਮੇਰੇ ਦਿਲ 'ਚ ਹੋਰ ਆ ਰਹੀ ਆ ਕਿ ਆਪਾਂ ਥੋੜਾ ਬਹੁਤਾ ਇਹਨਾਂ ਲੋਕਾਂ ਨੂੰ ਦਸੀਏ, ਸਕੂਲਾਂ 'ਚ ਜਾ ਕੇ ਦਸੀਏ, 4-4 5 ਦਾ ਗਰੁੱਪ ਬਣ ਜਾਏ ਸਾਡਾ। ਜੀ ਜੀ। ਆਪਾਂ ਇਹਨਾਂ ਨੂੰ ਆਪਣੇ ਕੋਈ ਫੰਕਸ਼ਨ ਕਰਦੇ ਆ, ਉਹਦੇ ਤੇ ਇਹਨਾਂ ਨੂੰ ਸੱਦੀਏ, ਜੀ। ਅਸੀਂ ਆਪਣੀ ਜਾਣ ਪਛਾਣ ਕਰਾਈਏ,
ਇਹਨਾਂ ਨੂੰ ਪਤਾ ਲੱਗ ਜਾਏ ਵੀ ਸਿੱਖ ਕੌਣ ਆ ਜਾਂ ਹਿੰਦੂ ਕੌਣ ਆ। ਮੈਂ ਹਿੰਦੂਆਂ ਨੂੰ ਵੱਖਰਾ ਨਹੀਂ ਸਮਝਦਾ, ਗੋਰਿਆਂ ਨੂੰ ਵੱਖਰਾ ਨਹੀਂ ਸਮਝਦਾ, ਨਾ ਮੈਂ ਕਿਸੇ ਕਮਿਊਨਿਟੀ ਨੂੰ ਕੋਈ ਵੱਖਰਾ ਸਮਝਦਾ। ਬਿਲਕੁਲ ਠੀਕ। ਸਾਡਾ ਧਰਮ ਜਿਹੜਾ ਹੈ ਸਾਂਝਾ ਧਰਮ ਹੈ, ਸਾਰੇ ਅਸੀਂ ਸਾਰੇ ਇੱਕੋ ਹੀ ਆ, ਦੁਨੀਆ ਸਾਰੀ ਇੱਕੋ ਹੀ ਹੈ ਜੀ। ਬਿਲਕੁਲ ਠੀਕ। ਇਸ ਕਰਕੇ ਮੈਂ ਚਾਹੁੰਦਾ ਵੀ ਸਾਡੇ ਨਾਲ ਨਫ਼ਰਤ ਕਿਉਂ ਕਰਦੇ ਆ? ਜਿਹਦੇ ਕੋਈ ਲਾਗਤਬਾਜ਼ੀ ਹੈ ਇਹਨਾਂ ਦੀ, ਜਿਹਨਾਂ ਕੋਈ ਲੜਕੀ ਸਾਡੀ ਮਿਸ ਅਮਰੀਕਨ ਬਣੀ ਆ, ਉਹਦੇ ਤੇ ਬੜੇ ਕਮੈਂਟ ਦਿੱਤੇ। ਮੈਂ ਕੱਲ ਪੇਪਰ ਪੜ੍ਹ ਰਿਹਾ ਸੀ ਤੇ ਮੇਰਾ ਮਨ ਬੜਾ ਦੁਖੀ ਹੁੰਦਾ ਸੀ। ਤੇ ਦੇਖੋ ਇਹ ਸਾਨੂੰ ਚੰਗਾ ਨਹੀਂ ਸਮਝਦੇ, ਨਹੀਂ ਸਮਝਦੇ। ਤੇ ਇਹਨਾਂ ਨੂੰ ਇਹ ਅਸੀਂ ਤੁਹਾਡੇ ਕੋਲ ਆਏ ਆ, ਤੁਹਾਡੇ ਮੁਲਕ ਜਿਹੜੇ ਨੇ, ਤੁਹਾਨੂੰ ਸਾਡੇ ਨਾਲ ਪਿਆਰ ਕਰਨਾ ਚਾਹੀਦਾ ਜਿਵੇਂ ਅਸੀਂ ਤੁਹਾਨੂੰ ਕਰਨੇ ਆ। ਬਿਲਕੁਲ ਠੀਕ। ਹਰ ਤਰ੍ਹਾਂ ਅਸੀਂ ਤੁਹਾਡੇ ਜਿੱਥੇ ਕੋਈ ਮੁਸੀਬਤ ਹੁੰਦੀ ਹੈ, ਕੋਈ ਤੂਫਾਨ ਆਉਂਦਾ ਹੈ ਜਾਂ ਕੋਈ ਗੱਲ ਹੁੰਦੀ ਹੈ, ਸਭ ਖੜੇ ਹੁੰਦੇ ਆ, ਉੱਥੇ ਹਾਜ਼ਰ ਹੋ ਜਾਂਦੇ ਆ। ਬਿਲਕੁਲ ਠੀਕ। ਤੇ ਪਰ ਤੁਸੀਂ ਕਿਉਂ ਨਹੀਂ ਸਾਡੇ ਲਈ ਹਾਜ਼ਰ ਹੁੰਦੇ? ਜੇ ਸਾਡੇ ਪ੍ਰੋਫੈਸਰ ਸਾਹਿਬ ਇੰਨੇ ਨੇਕ, ਇੰਨੇ ਵਧੀਆ ਬੰਦੇ, ਉਹਨਾਂ ਤੇ ਤੁਸੀਂ 20-25 ਬੰਦੇ ਹਮਲਾ ਕਰ ਰਹੇ ਆ, ਤੁਹਾਨੂੰ ਤਾਂ ਉਦੋਂ ਹੀ ਸ਼ਰਮ ਚਾਹੀਦੀ ਸੀ। ਸ਼ਰਮ ਚਾਹੀਦੀ ਇਸ ਗੱਲ ਦੀ। ਬਿਲਕੁਲ ਠੀਕ। ਤੇ ਇੱਕ ਬੰਦੇ ਦੀ ਕੀ ਵੈਲਿਊ ਹੁੰਦੀ ਹੈ 4-5 ਬੰਦਿਆਂ ਅੱਗੇ? ਬਿਲਕੁਲ ਠੀਕ। ਉਹ ਸ਼ਹਿਰੀ ਜੀ, ਮੈਂ ਮਨ ਰੋਂਦਾ, ਮੇਰਾ ਮਨ ਜਦੋਂ ਵੀ ਕੋਈ ਘਟਨਾ ਪਿੱਛੇ ਵੀ ਵਾਪਰੀਆਂ, ਹੁਣ ਵੀ ਵਾਪਰ ਰਹੀ ਆ। ਇਹ ਨਹੀਂ ਮੈਂ ਕਹਿੰਦਾ ਵੀ ਸਿੱਖਾਂ ਤੇ ਵਾਪਰੇ, ਜਿਹੜੀ ਕੋਈ ਹਿੰਦੂਆਂ ਤੇ ਵੀ ਕੋਈ ਵਾਪਰਦੀ ਹੈ ਜਾਂ ਹੋਰ ਕਮਿਊਨਿਟੀ ਤੇ ਵਾਪਰਦੀ ਹੈ, ਚਾਹੇ ਕਾਲੇ ਆ ਚਾਹੇ ਗੋਰੇ ਆ, ਉਦੋਂ ਮਨ ਬੜਾ ਦੁਖੀ ਹੁੰਦਾ। ਜਦੋਂ ਇਹਨਾਂ ਨੇ ਸਕੂਲ 'ਚ ਕੀਤਾ ਉਦੋਂ ਮੈਂ 2 ਦਿਨ ਰੋਟੀ ਨਹੀਂ ਖਾਧੀ, ਬੱਚੇ ਦੇ ਗੋਰਿਆਂ ਦੇ ਮਰੇ ਸੀਗੇ। ਪਰ ਗੱਲ ਇਹ ਮੈਨੂੰ ਇਹ ਹੁੰਦਾ ਸੀ ਵੀ ਬੱਚੇ ਜਿਹੜੇ ਬੱਚਿਆਂ ਦਾ ਕੀ ਕਸੂਰ ਸੀਗਾ? ਇਹ ਬੱਚੇ ਦੇ ਫੁੱਲ ਸੀਗੇ। ਤੋ ਸ਼ਹਿਰੀ ਜੀ, ਮੈਂ ਇੰਨਾ ਕੁਝ ਕਹਿੰਦਾ ਹੋਇਆ ਆਪਣੀ ਕਮਿਊਨਿਟੀ ਨੂੰ, ਸਾਰੇ ਇੰਡੀਅਨ ਨੂੰ ਕਵਾਂਗਾ, ਇੱਕ ਥਾਂ ਇਕੱਠੇ ਹੋ ਜਾਏ, ਇੱਕ ਝੰਡੇ ਥੱਲੇ ਹੋ ਕੇ ਆਵਾਜ਼ ਬੁਲੰਦ ਕਰੋ ਕਿ ਅਸੀਂ ਆਹ ਚੀਜ਼ ਆ, ਸਾਨੂੰ ਨਾ ਦੁਖੀ ਕਰੋ। ਅਸੀਂ ਤਾਂ ਖਰੇ ਪਿੱਛੋਂ ਵੀ ਕਿੰਨੇ ਕੁ ਦੁਖੀ ਆ। ਬਿਲਕੁਲ ਠੀਕ ਹੈ। ਬਹੁਤ ਚੰਗਾ ਸ਼ਹਿਰੀ ਜੀ, ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਸਤਿ ਸ੍ਰੀ ਅਕਾਲ ਬੇਟਾ, ਮੇਰਾ ਪਿਆਰ ਤੁਹਾਨੂੰ। ਸਤਿ ਸ੍ਰੀ ਅਕਾਲ। ਅੱਛਾ, ਥੈਂਕ ਯੂ। ਅੱਛਾ, ਇਸ ਦੇ ਨਾਲ ਇੱਕ ਛੋਟਾ ਜਿਹਾ ਬ੍ਰੇਕ ਮਿਲਦੇ ਹਾਂ, ਬ੍ਰੇਕ ਤੋਂ ਬਾਅਦ। Anton's dedication to excellent service and warm hospitality has ensured Anton's success over 65 years. Anton's promises quality, value and service from the moment you walk in the door until your function is over. We believe that your special occasions should be trouble-free and help to make your dreams come true. We are located at 244 West Old Country Road, Hicksville, New York 11801. Call Neetu or Raj. 516-681-3300. Anton's by Minar. Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. टैक्स प्रॉब्लम? नो प्रॉब्लम। ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, ਐਮਟੀਏ ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। ਵੀ ਕਵਰ ਆਲ 50 ਸਟੇਟਸ। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. Memorable Moments in Life by Premji Walji, a marvel of craftsmanship. Premji Walji Jewelers.
Tandoor Indian restaurant, amazing food, great quality, like mind-blowing. ਵੈਲਕਮ ਬੈਕ। ਸੈਂਟਰਲ ਪਾਰਕ ਦੇ ਨਜ਼ਦੀਕ ਪ੍ਰੋਫੈਸਰ ਪ੍ਰਭਜੋਤ ਸਿੰਘ ਤੇ ਜਿਹੜੇ ਕਿ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਗੇ ਨੇ 20 ਮੁੰਡਿਆਂ ਨੇ ਹਮਲਾ ਕੀਤਾ। ਅੱਜ ਸਾਡੀ ਗੈਟ ਪੰਜਾਬੀ ਦੀ ਟੀਮ ਕੋਲੰਬੀਆ ਯੂਨੀਵਰਸਿਟੀ ਪਹੁੰਚੀ ਹੋਈ ਹੈ। ਹੈਰੀ ਜੀ ਸਾਡੇ ਨਾਲ ਜੁੜਨਗੇ ਔਰ ਅਸੀਂ ਤੁਹਾਨੂੰ ਉੱਥੇ ਦਾ ਹਾਲ ਵਿਖਾਵਾਂਗੇ। ਬੱਚਿਆਂ ਦੇ ਨਾਲ, ਟੀਚਰਸ ਦੇ ਨਾਲ, ਪ੍ਰੋਫੈਸਰਸ ਦੇ ਨਾਲ ਗੱਲਬਾਤ ਹੋ ਰਹੀ ਹੈ, ਤੁਹਾਨੂੰ ਵਿਖਾਵਾਂਗੇ। ਇਸ ਦੇ ਚਲਦੇ ਤੁਸੀਂ ਆਪਣੇ ਵਿਚਾਰ, ਆਪਣੇ ਜੋ ਤੁਹਾਡੇ ਮਨ ਦੀ ਗੱਲ ਹੈਗੀ ਆ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਲੈ ਕੇ ਸ਼ਾਮਲ ਹੋ ਸਕਦੇ ਹੋ। ਇਸ ਦੇ ਚਲਦੇ ਬਲਬੀਰ ਜੀ ਨੇ ਬਰੈਂਪਟਨ ਤੋਂ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਸੌਖਾ ਨਹੀਂ ਹੈਗਾ, ਮਤਲਬ ਇੱਕ ਬੰਦੇ ਦਾ ਕੰਮ ਨਹੀਂ ਹੋ ਸਕਦਾ ਹੈ, ਵੈਲ ਆਰਗੇਨਾਈਜ਼ਡ ਪਲਾਨ ਕੀਤਾ ਹੋਇਆ ਤੰਗ ਕਰਨ ਦੇ ਲਈ। ਔਰ ਰੰਗੀ ਆਂਟੀ ਸਾਡੇ ਨਾਲ ਜੁੜੇ ਨੇ। ਹੈਲੋ ਰੰਗੀ ਆਂਟੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸ਼ੇਰੀ ਬੇਟਾ ਜੀ। ਹਾਂਜੀ ਤੇ ਬਹੁਤ ਹੀ ਦੁੱਖ ਭਰੀ ਖਬਰ ਹੈਗੀ ਹੈ। ਮੈਂ ਤੇ ਹੁਣੇ ਟੀਵੀ ਔਨ ਕੀਤੀ ਹੈ ਤੇ ਮੈਂ ਸਵੇਰ ਦੀ ਖਬਰ ਵੀ ਨਹੀਂ ਸੁਣੀ ਹੈਗੀ ਜੀ। ਮੈਂ ਸੁਣ ਰਹੀ ਹਾਂ ਕਿ ਇੱਕ ਪ੍ਰੋਫੈਸਰ ਨੂੰ ਕਤਲ ਕਰ ਦਿੱਤਾ ਹੈਗਾ ਕੋਲੰਬੀਆ ਯੂਨੀਵਰਸਿਟੀ ਦੇ ਨੂੰ। ਰੰਗੀ ਆਂਟੀ, ਉਹਨਾਂ ਨੂੰ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ। ਉਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਦੀ ਦਾੜੀ ਨੂੰ ਖਿੱਚ ਕੇ ਉਹਨਾਂ ਦੇ ਵਾਲਾਂ ਨੂੰ ਖਿੱਚਿਆ ਗਿਆ ਹੈ ਔਰ ਹਸਪੀਟਲਾਈਜ਼ਡ ਨੇ। ਉਹ ਹਾਲੇ ਬਿਲਕੁਲ ਮਤਲਬ ਬੁਰੀ ਹਾਲਤ ਦੇ ਵਿੱਚ ਨੇ, ਮੈਂਟਲੀ ਵੀ ਬਹੁਤ ਅਪਸੈਟ ਨੇ। ਪਰ ਜੀ ਸੌਰੀ ਮੈਂ ਖਬਰ ਪੂਰੀ ਨਹੀਂ ਸੀ ਸੁਣੀ, ਮੈਂ ਇਸ ਕਰਕੇ ਤੁਹਾਨੂੰ ਦੱਸਦਾ ਹੈ। ਹਾਂਜੀ ਪਰ ਇਹਦੇ ਵਿੱਚ ਦੇਖੋ ਬੇਟਾ ਜੀ, ਇਹ ਮੈਂ ਕਈ ਸੁਣਦੀ ਹੈਗੀ ਆ ਇੱਥੇ ਜੀ। ਤੇ ਜਦੋਂ ਤੁਸੀਂ ਦੱਸ ਰਹੇ ਸੀ ਉਹਨਾਂ ਬਾਰੇ ਮੈਂ ਉਦੋਂ ਟੀਵੀ ਔਨ ਕੀਤੀ ਸੀ, ਇੱਕ ਦੋ ਕਾਲਰ ਨੂੰ ਵੀ ਸੁਣਿਆ ਹੈਗਾ। ਸਾਰੇ ਕਹੀ ਜਾਂਦੇ ਨੇ ਵੀ ਸਾਨੂੰ ਏਦਾਂ ਕਰਨਾ ਚਾਹੀਦਾ ਹੈਗਾ, ਏਦਾਂ ਕਰਨਾ ਚਾਹੀਦਾ ਹੈਗਾ। ਹਾਂ ਮੈਨੂੰ ਸਾਨੂੰ ਇਹ ਦੱਸੋ ਵੀ ਕੀ ਕਰ ਰਹੇ ਹਾਂ ਆਪਾਂ। ਦਿਸ ਜਿਹੜੀ ਹੈਗੀ ਇਹ ਇਸ ਤਰ੍ਹਾਂ ਦਾ ਪ੍ਰੈਜੂਡਿਸ ਬੜੀ ਦੇਰ ਤੋਂ ਹੋ ਰਿਹਾ, ਜਿਹੜੀ ਆਪਣੀ ਸਿੱਖਾਂ ਨੂੰ ਦੇ ਥਿੰਕ ਵੀ ਆਰ ਟੈਲੀਬੈਨਸ ਜੀ, ਤੇ ਉਹ ਕਿੰਨੀ ਦੇਰ ਤੋਂ ਹੋ ਰਿਹਾ, ਅੱਜ ਤੋਂ ਹੀ ਨਹੀਂ ਹੋ ਰਿਹਾ, 9/11 ਤੋਂ ਹੋ ਰਿਹਾ ਜੀ। ਤੇ ਉਦੋਂ ਦਾ ਆਪਾਂ ਕੀ ਕੀਤਾ, ਆਈ ਵਾਂਟ ਟੂ ਹੀਅਰ that we are doing this, okay। ਬਾਕੀ ਦੂਸਰੀ ਜਿਹੜੀ ਕੀ ਆਪਾਂ ਨੂੰ ਬਹੁਤਿਆਂ ਨੂੰ ਪਤਾ ਹੈਗਾ, ਇੱਥੇ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਸਿੱਖਾਂ ਨੂੰ ਪ੍ਰੋਟੈਕਟ ਕਰਦੀਆਂ ਨੇ, ਉਹ ਵਿਚਾਰੀਆਂ ਉਹ ਆਰਗੇਨਾਈਜੇਸ਼ਨ ਉਹ ਕਿੱਦਾਂ ਰਨ ਕਰਨ। ਅਸੀਂ ਉਹਨਾਂ ਨੂੰ ਕੋਈ ਮੋਨੀਟਰੀ ਹੈਲਪ ਕਰਦੇ ਹਾਂ ਜਾਂ ਉਹਨਾਂ ਦਾ ਨਾਂ ਦਾ ਵੀ ਪਤਾ ਹੈਗਾ। ਆਪਾਂ ਬਹੁਤਿਆਂ ਨੂੰ ਗੁਰਦੁਆਰੇ ਸਾਹਿਬ ਦੇ ਵਿੱਚ ਉਹਨਾਂ ਦੇ ਫਲਾਇਰ ਪਏ ਹੁੰਦੇ ਨੇ, ਉਹ ਸਾਰੇ ਦੇਖ ਕੇ ਇੱਕ ਪਾਸੇ ਕਰਕੇ ਰੱਖ ਦਿੰਦੇ ਨੇ। ਉੱਥੋਂ ਮਿਠਾਈਆਂ ਤੇ ਪਕੌੜੇ ਖਾ ਕੇ ਆਪਾਂ ਆ ਜਾਂਦੇ ਹਾਂ, ਉਹਨਾਂ ਹੀ ਸਾਡਾ ਫਰਜ਼ ਹੈਗਾ। ਉਹ ਜਿਹੜੇ ਉਹਨਾਂ ਦੇ ਫਲਾਇਰ ਹੁੰਦੇ ਨੇ ਉਹ ਆਪਾਂ ਇੱਕ ਪਾਸੇ ਕਰਦੇ ਨੇ, ਕੋਈ ਪਰਦਾ ਵੀ ਹੈ ਨੀਗਾ। ਬੜੀ ਤੁਹਾਡੇ ਕੋਲ ਹੀ ਇੱਥੇ ਆਰਗੇਨਾਈਜੇਸ਼ਨ ਹੈਗੀ ਆ ਸੈਲਡੈਫ, ਜਿਹੜੀ ਆਪਣੀ ਲੀਗਲ ਟੀਮ ਹੈ। ਕਿਸੇ ਨੂੰ ਵੀ ਕੋਈ ਆਪਣੀ ਕਿਰਪਾਨ ਦਾ ਜਾਂ ਆਪਣੀ ਇਹਨਾਂ ਦਾ ਦਸਤਾਰ ਦਾ ਪ੍ਰੋਬਲਮ ਪੈਂਦੀ ਹੈ, ਉਹ ਵਿਚਾਰੇ ਮੁੰਡੇ ਖੜੇ ਹੋ ਕੇ ਨਾਲ ਤੁਹਾਡੀ ਮਦਦ ਕਰਾਉਂਦੇ ਨੇ। ਬਟ ਦੇ ਡੂ ਨੀਡ ਆਪਣੀ ਹੈਲਪ, ਪੈਸੇ ਦੀ ਹੈਲਪ ਆਪਾਂ ਨੂੰ ਚਾਹੀਦੀ ਹੈਗੀ ਹੈ। ਹੁਣੇ ਜਦੋਂ ਇਹਨਾਂ ਨੇ ਪੰਨੂ ਸਾਹਿਬ ਨੇ ਤੇ ਮਨਜੀਤ ਸਿੰਘ ਹੋਣਾ ਨੇ ਕੇਸ ਕੀਤਾ ਹੈਗਾ ਸੋਨੀਆ ਗਾਂਧੀ ਤੇ, ਮੈਂ ਆਪਣੇ ਹਸਬੈਂਡ ਨੂੰ ਕਹਿ ਰਹੀ ਸੀ ਵੀ ਨੀਡ ਟੂ ਸੈਂਡ ਅਨਦਰ ਚੈੱਕ ਟੂ them, we need to support United Sikhs, SELDAF, ਜਿਹੜੇ ਆਪਣੀ ਮਦਦ ਕਰਦੇ ਨੇ, ਲੀਗਲੀ ਆਪਣੇ ਸਿੱਖਾਂ ਦੀ ਮਦਦ ਕਰਦੇ ਨੇ। we can do that। ਦੂਸਰਾ, ਜਦੋਂ ਤੋਂ 9/11 ਹੋਇਆ ਉਦੋਂ ਤੋਂ ਹੀ ਅਸੀਂ ਇੱਥੇ ਫੀਨਿਕਸ ਦੇ ਵਿੱਚ ਇੱਕ ਐਸੋਸੀਏਸ਼ਨ ਬਣਾਈ ਹੈਗੀ ਹੈ ਜੀ, ਜਿਹਦਾ ਨਾਮ ਹੈਗਾ ਸਿੱਖ ਅਵੇਅਰਨੈਸ। ਓਕੇ। ਤੇ ਹਾਂਜੀ ਮੈਂ ਉਹ ਉਦੋਂ ਤੋਂ ਚਲਾਈ ਸੀਗੀ ਤੇ ਉਹਦੇ ਵਿੱਚ ਹੁਣ ਬਹੁਤ ਹੀ ਇੰਜੀਨੀਅਰ ਲੜਕੇ ਆ ਗਏ, ਕਾਫੀ ਨੌਜਵਾਨ ਆ ਗਏ, ਕਈ ਡਾਕਟਰ ਨੇ ਜਿਹੜੇ ਮਦਦ ਕਰਦੇ ਨੇ। ਮਹੀਨੇ ਦੇ ਵਿੱਚ 2 ਜਾਂ 3 ਵਾਰ ਪ੍ਰੋਗਰਾਮ ਚੱਲਦਾ ਹੈਗਾ, ਜਿਹਦੇ ਵਿੱਚ ਅਸੀਂ ਹਾਈ ਸਕੂਲ ਵੀ ਆਉਂਦੇ ਨੇ, ਕਾਲਜਸ ਦੇ ਬੱਚੇ ਵੀ ਆਉਂਦੇ ਨੇ, ਪੁਲਿਸ ਵੀ ਆਉਂਦੀ ਹੈ, ਪੁਲਿਸ ਚੀਫ ਵੀ ਆਉਂਦੇ ਨੇ। ਥੋੜੇ ਦਿਨਾਂ ਪੁਲਿਸ ਚੀਫ ਨੇ ਆਉਣਾ ਹੈਗਾ
ਤੇ ਬਾਕੀ ਜਿਹੜੇ ਅਮਰੀਕਨ ਆਰਗੇਨਾਈਜੇਸ਼ਨਸ ਨੇ ਉਹ ਇਕੱਠੀਆਂ ਹੋ ਕੇ ਆਉਂਦੀਆਂ ਨੇ, ਕਈ ਚਰਚਿਸ ਇਕੱਠੇ ਹੋ ਕੇ ਆਉਂਦੇ ਨੇ ਜੀ ਜੀ, ਤੇ ਉਹਨਾਂ ਨੂੰ ਅਸੀਂ ਡਾਕੂਮੈਂਟਰੀ ਦਿਖਾਉਂਦੇ ਹਾਂ ਜਿਹੜੀ ਸੈਲਡੈਫ ਵੱਲੋਂ ਆਪਣੇ ਲੀਗਲ ਟੀਮ ਵੱਲੋਂ ਬਣਾਈ ਗਈ ਉਹ, ਤੇ ਛੋਟੀ ਜਿਹੀ ਮੂਵੀ ਦਿਖਾਉਂਦੇ ਹਾਂ ਤੇ ਦੱਸਦੇ ਹਾਂ ਸਾਡੀ ਸਿੱਖ ਫਿਲਾਸਫੀ ਕੀ ਹੈ, ਸਾਡੀ ਆਇਡੈਂਟੀਟੀ ਕੀ ਹੈ, ਅਸੀਂ ਵੀ ਬ੍ਰਿੰਗ ਇਨ ਫਰੰਟ ਆਫ them। ਕਈ ਵਾਰ ਤਾਂ 200 ਤੱਕ ਬੰਦੇ ਹੁੰਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਜਗ੍ਹਾ ਹੈ, ਅਸੀਂ ਉੱਥੇ ਉਹਨਾਂ ਨੂੰ ਦਿਖਾਉਂਦੇ ਹਾਂ। ਜੀ ਰੰਗੇ ਆਂਟੀ, ਤੁਸੀਂ ਮੈਨੂੰ ਸਾਰੀ ਡਿਟੇਲ ਜਿਹੜੀ ਆ ਉਹ ਮੈਨੂੰ ਮੇਲ ਕਰਨਾ ਸੋ ਦੈਟ ਅਸੀਂ ਲੋਕਾਂ ਨੂੰ ਹੋਰ ਵੀ ਅਵੇਅਰ ਉਸ ਬਾਰੇ ਕਰਾਂਗੇ। ਅੱਜ ਹੁਣ ਮੈਂ ਨੈਕਸਟ ਕਾਲ ਲੈਣਾ ਚਾਹਨੀ ਹਾਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਬੋਲ ਰਹੀ ਹਾਂ। ਹਾਂਜੀ ਹਾਂਜੀ, ਮੈਂ ਤੁਹਾਡਾ ਟੌਪਿਕ ਸੁਣਿਆ ਜੀ ਤੇ ਕਾਫੀ ਦੁੱਖ ਵੀ ਲੱਗਦਾ ਆ ਇਦਾਂ ਕੋਈ ਗੱਲ ਸੁਣ ਕੇ। ਬਿਲਕੁਲ ਠੀਕ। ਮੈਂ ਇਹ ਸੋਚਦੀ ਹਾਂ ਕਿ ਜਦੋਂ ਆਪਾਂ ਟੀਵੀ ਚੈਨਲ ਤੇ ਕੋਈ ਵੀ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਨਿਊਜ਼ ਸੁਣਦੇ ਹਾਂ, ਦੁਨੀਆ ਦੀ ਫਲਾਨੀ ਖਬਰ, ਉੱਥੇ ਇਹ ਹੋ ਗਿਆ, ਉੱਥੇ ਉਹ ਹੋ ਗਿਆ, ਉਸ ਤੋਂ ਬਾਅਦ ਨਾ ਕੁਝ ਕਰਦੇ ਨਹੀਂ, ਕੁਝ ਉਸ ਤੋਂ ਬਾਅਦ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਣੀ ਰੋਟੀ ਪਾਣੀ ਖਾ ਲਿੱਤੀ, ਆਪਣੀ ਜ਼ਿੰਦਗੀ ਚੱਲ ਗਈ, ਆਪਣਾ ਗੁਜ਼ਾਰਾ ਹੋ ਗਿਆ, ਆਪਣੇ ਬੱਚੇ ਵੇਖ ਲਿੱਤੇ, ਆਪਣਾ ਅਗਲੇ ਆਉਣ ਵਾਲੇ ਦਿਨਾਂ ਦਾ ਇੰਤਜ਼ਾਮ ਕਰ ਲਿੱਤਾ। ਪਰ ਜਦੋਂ ਆਪਣੇ ਉੱਪਰ ਕੋਈ ਘਟਨਾ ਹੁੰਦੀ ਹੈ ਨਾ, ਜਦੋਂ ਆਪਣੇ ਘਰ ਦੇ ਕਿਸੇ ਦੇ ਨਾਲ ਹੁੰਦੀ ਹੈ, ਫਿਰ ਆਪਾਂ ਕਹਿੰਦੇ ਉਹ ਉਦੋਂ ਹੋਈ ਸੀਗੀ, ਆਪਾਂ ਉਸ ਬਾਰੇ ਤਾਂ ਕਦੀ ਸੋਚਿਆ ਨਹੀਂ। ਅੱਜ ਮਤਲਬ ਜਾਗਰੂਕ ਕਿਵੇਂ ਹੋਵਾਂਗੇ, ਕਿਵੇਂ ਲੋਕਾਂ ਨੂੰ ਜਗਾਇਆ ਜਾ ਸਕਦਾ ਹੈ, ਕੀ ਕੁਝ ਕੀਤਾ ਜਾ ਸਕਦਾ ਹੈ, ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਕੀ ਖਿਆਲ ਹੈ ਤੁਹਾਡਾ? ਹਾਂਜੀ ਦੇਖੋ ਭੈਣ ਜੀ, ਮੈਂ ਤੁਹਾਨੂੰ ਦੱਸਦੀ ਹਾਂ, ਜਦੋਂ ਵੀ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਗੁਰਦੁਆਰਾ ਸਾਹਿਬ ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਸਿਟੀ ਦੇ ਵਿੱਚ, ਹੈਲੋ ਜੀ ਮੈਂ ਸੁਣ ਰਹੀ ਹਾਂ। ਹਾਂਜੀ ਹਾਂਜੀ, ਕਿਸੇ ਵੀ ਸਿਟੀ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਉਹ ਪਹਿਲਾਂ ਸਟੈਪ ਲੈਂਦੇ ਆ। ਥੋੜੇ ਤੇ 2 ਮਹੀਨੇ ਪਹਿਲਾਂ ਵੀ ਇੱਕ ਬਜ਼ੁਰਗ ਨੂੰ ਕੁੱਟਿਆ ਸੀਗਾ ਕਾਫੀ, ਤੇ ਉਦੋਂ ਵੀ ਉਹਨੂੰ ਮੇਰੇ ਖਿਆਲ ਕੁੜੀ ਨੂੰ ਉਹਨਾਂ ਨੇ ਸਜ਼ਾ ਦਿੱਤੀ ਹੈ ਇੱਥੇ ਅਮਰੀਕਾ ਦੇ ਵਿੱਚ, ਰਾਈਟ ਜੀ। ਹਾਂਜੀ, ਏਦਾਂ ਨਹੀਂ ਹੈਗਾ ਕਿ ਕੋਈ ਕੁਝ ਕਰਦਾ ਨਹੀਂ ਹੈਗਾ, ਬਹੁਤ ਕੁਝ ਕਰ ਰਹੇ ਆ ਅਸੀਂ, ਸਗੋਂ ਦੂਸਰੀ ਕਮਿਊਨਿਟੀ ਨੂੰ ਵੀ ਸਪੋਰਟ ਕਰਦੇ ਆ। ਬਿਲਕੁਲ ਠੀਕ। ਪੈਸੇ ਵੱਲੋਂ ਵੀ, ਉਦਾਂ ਵੀ, ਲਾਈਕ ਮੈਂਟਲੀ ਵੀ ਉਹਨਾਂ ਨੂੰ ਬਿਲਕੁਲ ਠੀਕ ਆ ਕਿ ਅਸੀਂ ਆ ਹੈਗੇ ਆ। ਪਰ ਲੋਕੀ ਇਹ ਹੇਟ ਕਰਦੇ ਆ। ਇਹ ਲੋਕੀ ਹਰ ਇੱਕ ਬੰਦੇ, ਜਿੱਦਾਂ ਕਿਸੇ ਦੇ ਵਿੱਚ ਕਿਸੇ ਤਰ੍ਹਾਂ ਦੀ ਹੇਟ ਹੈਗੀ, ਕਿਸੇ ਦੇ ਵਿੱਚ। ਹੁਣ ਮੇਰਾ ਬੱਚਾ ਉਹ ਜਦੋਂ 5 ਸਾਲ ਦਾ ਸ਼ੁਰੂ ਹੋਇਆ ਸੀ, ਉਹ ਇਕੱਲਾ ਹੀ ਸੀ ਦਸਤਾਰ ਬਣ ਕੇ ਜਾਂਦਾ ਸਕੂਲੇ। ਉਹਨੂੰ ਇੰਨਾ ਤੰਗ ਕਰਦੇ ਹੁੰਦੇ ਸੀਗੇ ਸਕੂਲ ਦੇ ਵਿੱਚ, ਉਹਨੂੰ ਕਹਿੰਦੇ ਹੁੰਦੇ ਸੀ ਤੂੰ ਕੁੜੀ ਆ, ਤੂੰ ਕੁੜੀਆਂ ਦੇ ਜਾ ਕੇ ਬਾਥਰੂਮ ਯੂਜ਼ ਕਰ। ਓ ਮਾਈ ਗॉड, ਸੱਚੀ? ਓ ਮਾਈ ਗॉड, ਛੋਟਾ ਜਿਹਾ ਬੱਚਾ ਵਿਚਾਰੇ ਦੇ ਦਿਲ ਤੇ ਕੀ ਬੀਤੀ ਹੋਣੀ ਆ। ਸੀਗਾ। ਤੇ ਫਿਰ ਮੈਂ ਉਹਦੀ ਟੀਚਰ ਨੂੰ ਕਾਫੀ ਜਿੱਦਾਂ ਗੱਲ ਕਰਨੀ, ਰੋਜ਼ ਜਾ ਕੇ ਪੁੱਛਣਾ, ਰੋਜ਼ ਉਹਨੂੰ ਦੱਸਣਾ। ਫਿਰ ਮੈਨੂੰ ਪੁੱਛਦੀ ਹੈ ਕਿ ਤੁਸੀਂ ਕੀ ਬੰਦੇ ਹੋ ਸਿਰ ਦੇ ਉੱਤੇ, ਕਿਉਂ ਬੰਦੇ? ਫਿਰ ਮੈਂ ਉਹਨੂੰ ਦੱਸਿਆ ਕਿ ਅਸੀਂ ਇਸ ਕਰਕੇ ਬੰਦੇ ਆ। ਬਹੁਤ ਚੰਗਾ ਕੀਤਾ ਤੁਸੀਂ, ਚੰਗੀ ਤਰ੍ਹਾਂ ਐਕਸਪਲੇਨ ਕਰਨਾ ਸੀਗਾ, ਦੱਸਣਾ ਸੀ ਉਹਨੂੰ। ਹਾਂਜੀ, ਹੁਣ ਫਿਰ ਇਸ ਸਾਲ ਉਹਦਾ ਸਕੂਲ, ਉਸ ਵੇਲੇ ਉਹ ਚੰਗੀ ਤਰ੍ਹਾਂ ਐਕਸਪਲੇਨ ਵੀ ਨਹੀਂ ਸੀ ਕਰ ਪਾਉਂਦਾ ਉਹਨੂੰ। ਮੇਰੇ ਮਨ ਦੇ ਵਿੱਚ ਇੱਕ ਗੱਲ ਆ ਰਹੀ ਹੈ ਕਿ ਜਿਹੜੇ ਪੇਰੈਂਟਸ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਐਸੋਸੀਏਸ਼ਨ ਦੇ ਮੈਂਬਰ ਹੈਗੇ ਆ, ਪੇਰੈਂਟ ਟੀਚਰ, ਇੱਕ ਤਾਂ ਪੇਰੈਂਟ ਟੀਚਰ ਮੀਟਿੰਗ ਹੁੰਦੀ, ਇੱਕ ਪੇਰੈਂਟ ਟੀਚਰ ਐਸੋਸੀਏਸ਼ਨ ਹੁੰਦੀ ਆ। ਉਸ ਦੇ ਵਿੱਚ ਕੋਈ ਵੀ ਪੇਰੈਂਟ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਸਕਦਾ, ਵਾਈਸ ਪ੍ਰੈਜ਼ੀਡੈਂਟ ਬਣ ਸਕਦਾ। ਮੈਨੂੰ ਵੀ ਲੈਟਰ ਆਇਆ, ਮੈਂ ਕਿਹਾ ਵੀ ਮੈਨੂੰ ਤਾਂ ਟੀਵੀ ਚੈਨਲ ਵਾਲੇ ਨੇ ਸਾਰਾ ਕੁਝ ਬਣਾ ਰੱਖਿਆ, ਮੈਂ ਉੱਥੇ ਵੀ ਹੁਣ ਜ਼ਿੰਮੇਵਾਰੀ ਕਿਵੇਂ ਸਾਂਭਾਂ। ਸੋ ਇਸ ਕਰਕੇ ਮੈਂ ਸੋਚ ਰਹੀ ਹਾਂ ਕਿ ਉਸ ਦੇ ਵਿੱਚ ਜੇ ਆਪਣੀ ਆਇਡੈਂਟੀਟੀ ਦੱਸਣੀ ਹੈਗੀ ਆ, ਇੱਦਾਂ ਦੇ ਮੁੱਦੇ, ਇੱਦਾਂ ਦੇ ਵਿਸ਼ੇ ਜਿਹੜੇ ਹੈਗੇ ਆ ਉਹ ਜ਼ਰੂਰ ਡਿਸਕਸ ਹੋਣੇ ਚਾਹੀਦੇ ਆ। ਬੱਚਿਆਂ ਦਾ ਇੱਕ ਦਿਨ ਮਹੀਨੇ ਦੇ ਵਿੱਚ, ਸਾਲ ਦੇ ਵਿੱਚ 1-2 ਦਿਨ ਇੱਦਾਂ ਦੇ ਜ਼ਰੂਰ ਰੱਖੋ ਜਿਸ ਦੇ ਵਿੱਚ ਤੁਸੀਂ ਦੱਸ ਸਕੋ ਕਿ ਜੇ ਆਪਾਂ ਸਿੱਖ ਕਮਿਊਨਿਟੀ ਦੀ ਗੱਲ ਕਰਦੇ ਹਾਂ, ਜਿਹੜੇ ਬੱਚੇ ਪੱਗ ਬੰਨ੍ਹ ਕੇ ਆਉਂਦੇ, ਜਿਹੜੇ ਬੱਚਿਆਂ ਨੇ ਦਸਤਾਰਾਂ ਸਜਾਈਆਂ ਹੁੰਦੀਆਂ, ਉਹਨਾਂ ਦਾ ਫਰਕ ਹੈ। ਉਹਨਾਂ ਦਾ ਰਿਲੀਜਨ ਜਿਹੜਾ ਹੈ ਉਹ ਰਿਲੀਜਨ ਪਿਆਰ ਕਰਨ ਵਾਲਾ ਰਿਲੀਜਨ ਹੈ, ਜਿਸ ਕਰਕੇ ਬੱਚਿਆਂ ਨੂੰ ਵੀ ਪਤਾ ਚੱਲ ਸਕੇ। ਮੈਨੂੰ ਬੜਾ ਦੁੱਖ ਹੋ ਰਿਹਾ ਹੈ ਕਿ ਤੁਹਾਡੇ ਨਾਲ ਬੱਚੇ ਦੇ ਨਾਲ ਦੇਖੋ ਕਿੰਨੀਆਂ ਭੈਣਾਂ ਭਰਾਵਾਂ ਨੂੰ ਇੱਦਾਂ ਦੀ ਸਿਚੁਏਸ਼ਨ ਫੇਸ ਕਰਨੀ ਪਈ ਹੋਣੀ ਹੈ। ਮੈਂ ਤੁਹਾਨੂੰ ਦੱਸਦੀ ਹਾਂ, ਉਸ ਅਲੱਗ ਸਕੂਲ ਚ ਸੀਗਾ, ਉੱਥੇ ਵੀ ਮੇਰਾ ਇਕੱਲਾ ਬੱਚਾ ਸੀਗਾ, 6ਵੀਂ ਤੱਕ ਸਕੂਲ ਸਾਰਾ ਸੀਗਾ। ਅੱਛਾ। ਤੇ ਹੋਰ ਬੱਚੇ ਪੜ੍ਹਦੇ, ਮੇਰਾ ਇੱਕ ਬੱਚਾ ਸੀ ਜਿਹੜਾ ਪੱਗ ਬੰਨ੍ਹ ਕੇ ਜਾਂਦਾ ਸੀਗਾ। ਅੱਛਾ। ਤੇ ਫਿਰ ਉਸ ਤੋਂ ਉੱਥੇ ਫਿਰ ਮੈਂ ਟੀਚਰ ਨੂੰ ਦੱਸਿਆ, ਸਾਰਾ ਕੁਝ ਐਕਸਪਲੇਨ ਕੀਤਾ। ਪਰ ਹੁਣ ਉਦੋਂ ਬੋਲ ਵੀ ਨਹੀਂ ਸੀ ਪਾਉਂਦਾ, ਉਹ ਦੱਸ ਵੀ ਨਹੀਂ ਸੀ ਪਾਉਂਦਾ, ਕੁਝ ਨਹੀਂ ਸੀ ਦੱਸ ਸਕਦਾ ਕਿ ਮੈਂ ਕਿਉਂ ਬੰਨਦਾ ਆ। ਓ ਮਾਈ ਗॉड, ਹਾਂ, ਕਿਉਂਕਿ ਥੋੜਾ ਡਿਸੇਬਲ ਸੀਗਾ, ਉਹਦਾ ਥੋੜਾ ਸਪੀਚ ਜਿੱਦਾਂ ਉਹ ਬੋਲ ਨਹੀਂ ਸੀ ਪਾਉਂਦਾ, ਐਕਸਪਲੇਨ ਨਹੀਂ ਸੀ, ਐਕਸਪ੍ਰੈਸ ਨਹੀਂ ਸੀ ਕਰ ਪਾਉਂਦਾ ਆਪਣੇ ਆਪ ਨੂੰ। ਬੱਚਾ ਛੋਟਾ ਹੈ, ਕੀ ਉਹ ਐਕਸਪ੍ਰੈਸ ਕਰੇਗਾ, ਕੀ ਦੱਸ ਸਕਦਾ ਹੈ ਬੱਚਾ?
ਜੀ ਫਿਰ ਹੁਣ ਉਹ ਜਿੱਦਾਂ ਹੁਣ ਸੈਕੰਡ ਗ੍ਰੇਡ ਥਰਡ ਗ੍ਰੇਡ ਦੇ ਵਿੱਚ ਹੈਗਾ ਆ, ਹੁਣ ਮੈਂ ਉਹਨੂੰ ਦੱਸਿਆ ਆ, ਕਈ ਕੁਝ ਦੱਸਿਆ ਆ, ਫਿਰ ਮੈਂ ਉਹਦੀ ਟੀਚਰ ਨੂੰ ਵੀ ਦੱਸਿਆ ਆ। ਮੈਂ ਕਿਹਾ ਵੀ ਮੈਂ ਨਹੀਂ ਚਾਹੁੰਦੀ ਮੇਰੇ ਬੱਚੇ ਦੀ ਪੱਗ ਨੂੰ ਵੀ ਹੱਥ ਕੋਈ ਲਾਵੇ। ਸਹੀ ਗੱਲ ਹੈ, ਬਿਲਕੁਲ। ਹਾਂ, ਤੇ ਅਸੀਂ ਏਦਾਂ ਹੈਗੇ ਆ, ਪਰ ਉਹ ਥੋੜਾ ਜਿਹਾ ਜਾਣਦੀ ਆ, ਆਪਣੇ ਇੰਡੀਅਨ ਨੂੰ ਜਾਣਦੀ ਆ, ਹਿੰਦੀ ਵੀ ਥੋੜੀ ਜਿਹੀ ਬੋਲਦੀ ਹੈਗੀ, ਗੋਰੀ ਆ, ਪਰ ਉਹ ਜਾਣਦੀ ਕਰਕੇ ਫਿਰ ਮੈਨੂੰ ਥੋੜਾ ਜਿਹਾ ਜਿੱਦਾਂ ਹੈਗਾ ਆ ਉਦਾਂ ਦੀ ਸਹੀ ਹੈਗੀ ਆ ਮੇਰੇ ਬੱਚੇ ਦੇ ਨਾਲ। ਕਹਿੰਦੀ ਅਸੀਂ ਏਦਾਂ ਦੇ ਬੁਲੀ ਨਹੀਂ ਅਸੀਂ ਬੱਚੇ ਨੂੰ ਕਰਨ ਦਿੰਦੇ ਕਿਸੇ ਵੀ ਬੱਚੇ ਦੇ ਨਾਲ। ਵੈਸੇ ਤਾਂ ਖਿਆਲ ਕਰਦੇ ਆ ਸਕੂਲਾਂ ਦੇ ਵਿੱਚ, ਪਰ ਹਾਂਜੀ ਮੈਂ ਤੁਹਾਨੂੰ ਦੱਸਦੀ, ਮੇਰੀ ਬੇਟੀ ਨੂੰ 5ਵੀਂ ਗ੍ਰੇਡ ਚਲੀ ਗਈ ਆ, ਸਾਰੀ ਸਕੂਲ ਦੇ ਵਿੱਚੋਂ ਉਹਨੂੰ ਉਹ ਅਵਾਰਡ ਮਿਲਿਆ ਕਿ ਇਸ ਕੁੜੀ ਨੇ ਕਦੀ ਵੀ ਕਿਸੇ ਨੂੰ ਬੁਲੀ ਨਹੀਂ ਕੀਤਾ। ਦੇਖੋ ਇਹ ਮਿਸਾਲ ਹੈਗੀ ਹੈ, ਇਸ ਗੱਲ ਨੂੰ ਅਖਬਾਰਾਂ ਦੇ ਵਿੱਚ ਹਾਈਲਾਈਟ ਕਰਨਾ ਚਾਹੀਦਾ। ਮੈਂ ਤਾਂ ਕਹਿੰਦੀ ਹਾਂ ਜਿਹੜੇ ਪੰਜਾਬੀ ਅਖਬਾਰ ਹੈਗੇ ਨੇ ਨਾ ਉਹਨਾਂ ਨੂੰ, ਔਰ ਤੁਹਾਨੂੰ ਦੂਜੇ ਚੈਨਲਸ ਨੂੰ ਵੀ ਇਹ ਗੱਲ ਦੱਸਣੀ ਚਾਹੀਦੀ ਹੈ, ਦੂਜੇ ਨਿਊਜ਼ ਚੈਨਲਸ ਨੂੰ ਵੀ ਇਹ ਗੱਲ ਦੱਸਣੀ ਚਾਹੀਦੀ ਕਿ ਛੋਟੀ ਜਿਹੀ ਬੱਚੀ ਜਿਹੜੀ 5ਵੀਂ ਗ੍ਰੇਡ ਤੇ ਹੈ ਉਸ ਨੂੰ ਸਕੂਲ ਵੱਲੋਂ ਇਹ ਅਵਾਰਡ ਦਿੱਤਾ ਕਿ ਉਸਨੇ ਕਦੀ ਬੁਲਿੰਗ ਨਹੀਂ ਕੀਤੀ ਹੈ, ਉਸ ਨੂੰ ਪਤਾ ਹੀ ਨਹੀਂ ਹੈ, ਔਰ ਉਹ ਸਿੱਖ ਹੈ, ਉਹ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੀ ਹੈ। ਦੁਨੀਆ ਕਿੱਥੇ ਜਾ ਰਹੀ ਹੈ ਮੈਨੂੰ ਸਮਝ ਨਹੀਂ ਆ ਰਿਹਾ। ਮਾਈ ਗॉड, ਮੈਂ ਤੁਹਾਨੂੰ ਹੋਲਡ ਤੇ ਕਰਨਾ ਚਾਹਨੀ ਹਾਂ ਪਲੀਜ਼। ਇਸ ਦੇ ਨਾਲ ਹੀ ਛੋਟੇ ਜਿਹੇ ਬ੍ਰੇਕ। आशुतोष जी ब्रेक अनाउंस कर दिया मैंने। कुनाल ज्वेलर दे गहने, वाह पई वाह क्या कहने, गहनियां नाल भर ले जाओ, घर वाली नूं हूर बनाओ। कुनाल ज्वेलर ते आओ, गहनियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स ऑर्डर ते तैयार करते हाँ। गहनियां दी रिपेयर भी इत्थे ही करते हाँ। तुसी अपनी राशि दे बर्स्टोन भी खरीद सकते हो। इस तो इलावा साडे कोल डायमंड ज्वेलरी दी एक तो वध एक वैरायटी है। होर जानकारी लई बिट्टू नूं हुणे कॉल करो 7184787200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क। शुक्र है लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी, दाल चावल जैसी तो दुनिया में कोई चीज ही नहीं है, पर थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस खास तौर पर डायबिटिक्स के लिए। Meta Entertainment proudly presents Celebration Live. The Singers King, Dalir Mendy, is back with a full band, alongside the sexy and sensational Meera and the beautiful Aditi Agarwal, also performing alongside Dipti. For more information to book the show in your city, log on now to www.metaentertainment.com. ਪੰਜਾਬ ਇੰਸ਼ੋਰੈਂਸ ਨੇ ਆਪਣੇ ਆਫਿਸ ਅਮਰੀਕਾ ਦੇ ਵਿੱਚ ਖੋਲ ਦਿੱਤੇ ਹਨ। ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਔਰ ਮੈਡੀਕਲ ਪਲਾਨਸ ਲਈ ਸਾਨੂੰ ਹੁਣੇ ਕਾਲ ਕਰੋ। ਯੂਐਸ ਵਿੱਚ ਸਾਨੂੰ ਇੰਸ਼ੋਰੈਂਸ ਐਡਵਾਈਜ਼ਰਸ ਦੀ ਜ਼ਰੂਰਤ ਹੈ। ਜੇਕਰ ਤੁਸੀਂ ਪੜ੍ਹੇ ਲਿਖੇ ਹੋ, ਇੰਸ਼ੋਰੈਂਸ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਆਲਰੇਡੀ ਲਾਇਸੈਂਸ ਹੈ, ਤੁਸੀਂ ਇਹ ਪ੍ਰੋਗਰਾਮ ਕਿਸੇ ਵੀ ਸ਼ਹਿਰ ਦੇ ਵਿੱਚ ਦੇਖ ਰਹੇ ਹੋ, ਸਾਡੀ ਸਕਸੈਸਫੁਲ ਟੀਮ ਨੂੰ ਜੁਆਇਨ ਕਰੋ ਔਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਪੰਜਾਬ ਇੰਸ਼ੋਰੈਂਸ ਨੂੰ ਕਾਲ ਕਰੋ। पंजाब इंश्योरेंस, live your dream with well-protected insurance plans. Schneider Law Group, तजर्बेकार वकीलां दी टीम जिन्हां नूं महारत हासिल है इमीग्रेशन इंक्लूडिंग असाइलम, डिपोर्टेशन, डिफेंस, फैमिली, एम्प्लॉयमेंट एंड इन्वेस्टमेंट बेस्ड इमीग्रेशन। इत्थे हर तरह दे क्रिमिनल केसेस जिवें वायलेशन, टैक्सी, लिमोजिन कमीशन दे मामले, रेजिडेंशियल अते कमर्शियल क्लोजिंग, डाइवोर्स केसेस, विल अते ट्रस्ट रिलेटेड केसेस भी सॉल्व कीते जांदे ने। क्लाइंट्स दी सुविधा लई साडीआं ब्रांचेस हर मेजर ट्रेन लाइन्स दे नजदीक हन। AJZE4523 ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8882472227 ਅਤੇ 9177280000।
0049. Snyder Logro. कारीगर क्या मूर्त घड़ी है बंदा कतल ही हो जाए दी खातर वाओ ब्यूटीफुल ਇਹਦੇ ਲਈ ਤੇ ਬੰਦਾ ਕਤਲ ਹੀ ਹੋ ਜਾਏ ਸੁੱਖਾ ਤੁਸੀਂ ਭੂਤ ਹੋ ਨਾ ਬਾਂਝ ਛੱਡਣ ਵਾਸਤੇ ਥੋੜਾ ਫੜੀ ਹੈ ਵੈਲਕਮ ਜੀ ਇੱਕ ਵਾਰ ਫਿਰ ਅੱਜ ਦਾ ਜੋ ਸਾਡਾ ਵਿਸ਼ੇ ਜਿਸ ਤੇ ਅਸੀਂ ਗੱਲ ਕੀਤੀ ਜਿਸ ਤੇ ਮੌਕਾ ਮਿਲਿਆ ਗੱਲ ਕਰਨ ਦਾ ਲਾਈਵ ਸ਼ੋਅ ਦੇ ਦੌਰਾਨ ਉਹ ਪ੍ਰੋਫੈਸਰ ਪ੍ਰਭਜੋਤ ਸਿੰਘ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸਰੇਆਮ 20 ਮੁੰਡਿਆਂ ਨੇ ਉਸਾਮਾ ਕਹਿ ਕੇ ਔਰ ਟੈਰਰਿਸਟ ਕਹਿ ਕੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ। ਇਹੋ ਜਿਹੇ ਵਿਸ਼ੇ ਇਹੋ ਜਿਹੀਆਂ ਗੱਲਾਂ ਔਰ ਇਹੋ ਜਿਹੀਆਂ ਘਟਨਾਵਾਂ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸਾਡੀ ਸਿੱਖ ਕਮਿਊਨਿਟੀ ਦੇ ਨਾਲ ਜਿਹੜੀਆਂ ਕਿ ਵਾਪਰ ਰਹੀਆਂ ਨੇ। ਕੀ ਕੁਝ ਕਰਨਾ ਚਾਹੀਦਾ ਔਰ ਕੀ ਕੁਝ ਸਾਡੀ ਸੋਚ ਸਾਡੀ ਐਕਟੀਵਿਟੀਜ਼ ਔਰ ਸਾਡਾ ਇਕਜੁੱਟ ਹੋ ਕੇ ਪੂਰੀ ਦੁਨੀਆ ਤੱਕ ਕੀ ਸੁਨੇਹਾ ਹੋਣਾ ਚਾਹੀਦਾ ਜਾਂ ਕੀ ਕੁਝ ਤੁਸੀਂ ਸੋਚਦੇ ਹੋ ਉਸ ਦੇ ਲਈ ਤੁਸੀਂ ਮੈਨੂੰ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੇ ਈਮੇਲ ਵੀ ਕਰ ਸਕਦੇ ਹੋ sherry@getpunjabi.tv ਤੇ ਔਰ ਜਿਵੇਂ ਕਿ ਫੇਸਬੁੱਕ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਪੇਜ ਨੂੰ ਲਾਈਕ ਕਰ ਸਕਦੇ ਹੋ ਸਾਂਝ ਦਿਲਾਂ ਦੀ _ਪੰਜਾਬੀ ਔਰ ਕਈ ਵਾਰੀ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਜੇ ਆਪਾਂ ਨਫ਼ਰਤ ਦੀ ਗੱਲ ਕਰਦੇ ਹਾਂ ਜਿਵੇਂ ਕਿ ਮੈਂ ਇੱਕ ਕਾਲਰ ਦੇ ਨਾਲ ਗੱਲ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਸ਼ਹਿਰੀ ਜਿਨ੍ਹਾਂ ਦੇ ਅੰਦਰ ਨਫ਼ਰਤ ਹੈਗੀ ਆ ਨਾ ਉਹਨਾਂ ਨੂੰ ਕੋਈ ਪਹਿਚਾਣ ਦੱਸਣ ਦੀ ਵੱਖਰੀ ਜ਼ਰੂਰਤ ਨਹੀਂ ਹੈਗੀ ਹੈ ਉਹਨਾਂ ਦੇ ਅੰਦਰ ਨਫ਼ਰਤ ਹੈ ਔਰ ਉਹ ਨਫ਼ਰਤ ਕਿਸ ਤਰੀਕੇ ਦੇ ਨਾਲ ਪੈਦਾ ਹੋਈ ਹੈ ਨਫ਼ਰਤ ਕਿੱਥੋਂ ਸ਼ੁਰੂ ਹੋਈ ਹੈ ਔਰ ਕਿਸ ਦੇ ਉੱਪਰ ਜਾ ਕੇ ਉਹ ਨਫ਼ਰਤ ਅੰਜਾਮ ਲੈ ਰਹੀ ਹੈਗੀ ਹੈ ਉਹ ਸੋਚਣ ਵਾਲੀ ਗੱਲ ਹੈ। ਘਰਾਂ ਦੇ ਵਿੱਚ ਪਿਆਰ ਮੁਹੱਬਤ ਭਾਈਚਾਰਾ ਇਮਾਨਦਾਰੀ ਇੱਕ ਦੂਜੇ ਨਾਲ ਉੱਚੀ ਆਵਾਜ਼ 'ਚ ਨਾ ਬੋਲਣਾ ਫਿਰ ਉੱਥੇ ਜਾ ਕੇ ਗੱਲਾਂ ਮੁੱਕ ਜਾਂਦੀਆਂ ਨੇ। ਕੁਝ ਤੇ ਹੁੰਦਾ ਸਾਡੀ ਆਪਣੀ ਸੋਚ ਜਿਸ ਨੂੰ ਅਸੀਂ ਦੁਨੀਆਦਾਰੀ ਦੇ ਨਾਲ ਬਣਾ ਲੈਂਦੇ ਹਾਂ। ਇੱਕ ਹੁੰਦਾ ਸਾਡੇ ਮਾਹੌਲ ਦਾ ਸਾਡੇ ਤੇ ਅਸਰ ਹੁੰਦਾ ਹੈ। ਜੇ ਤੁਹਾਡੀ ਸੰਗਤ ਮਾੜੀ ਹੈਗੀ ਆ ਤੇ ਤੁਸੀਂ ਉਸ ਦੇ ਰੰਗਾਂ ਦੇ ਵਿੱਚ ਜ਼ਰੂਰ ਰੰਗੇ ਜਾਓਗੇ। ਜੇ ਤੁਹਾਡੀ ਸੰਗਤ ਚੰਗੀ ਹੈ ਜੇ ਤੁਹਾਡੇ ਦੋਸਤ ਚੰਗੇ ਨੇ ਜੇ ਤੁਹਾਡੇ ਰਿਸ਼ਤੇਦਾਰਾਂ ਦੀ ਸੋਚ ਚੰਗੀ ਹੈ ਤੁਹਾਡੇ ਹਸਬੈਂਡ ਦੀ ਸੋਚ ਚੰਗੀ ਹੈ ਫਿਰ ਕਿਤੇ ਨਾ ਕਿਤੇ ਉਹ ਬੱਚਿਆਂ ਦੇ ਉੱਪਰ ਚੰਗਾ ਹੀ ਅਸਰ ਪਾਵੇਗੀ। ਪਰ ਜੇ ਤੁਸੀਂ ਆਪਣੇ ਦਿਲ ਦੇ ਵਿੱਚ ਨਫ਼ਰਤ ਹੀ ਲੈ ਕੇ ਜਾ ਰਹੇ ਹੋ ਤੇ ਉਹ ਗੱਲ ਹੈਗੀ ਹੈ ਨਾ ਪੋਥੀ ਪੜ ਪੜ ਜਗ ਮੁਆ ਪੰਡਿਤ ਭਇਆ ਨਾ ਕੋਈ ਢਾਈ ਆਖਰ ਪ੍ਰੇਮ ਕਾ ਪੜੇ ਸੋ ਪੰਡਿਤ ਹੋਏ। ਜੇ ਕਿਤਾਬਾਂ ਪੜ ਪੜ ਕੇ ਜੇ ਇੰਨੇ ਗ੍ਰੰਥ ਪੜ ਕੇ ਜੇ ਅਸੀਂ ਕਹੀਏ ਕਿ ਸਾਨੂੰ ਪਿਆਰ ਕਰਨਾ ਆ ਜਾਏਗਾ ਪਿਆਰ ਉਹਨਾਂ ਤੋਂ ਪੜ ਕੇ ਨਹੀਂ ਆਏਗਾ। ਪਿਆਰ ਤੇ ਜੇ ਪਿਆਰ ਅੰਦਰ ਦਿਲ ਦੇ ਵਿੱਚ ਹੈਗਾ ਮਨ ਦੇ ਵਿੱਚ ਹੈਗਾ ਉਦੋਂ ਤੁਹਾਨੂੰ ਜਿਹੜਾ ਤੁਸੀਂ ਵਿਦਵਾਨ ਉਦੋਂ ਕਹਾਏ ਜਾਓਗੇ ਕਿ ਹਾਂ ਬਈ ਤੁਸੀਂ ਬਹੁਤ ਮਹਾਪੁਰਖ ਹੈਗੇ ਹੋ ਤੁਹਾਡੇ ਅੰਦਰ ਪਿਆਰ ਹੈਗਾ। ਜੇ ਮਨ ਦੇ ਵਿੱਚ ਨਫ਼ਰਤ ਨਿਕਲ ਗਈ ਤੇ ਪਿਆਰ ਆਪਣੇ ਆਪ ਆ ਜਾਏਗਾ। ਗੱਲਾਂ ਕਰਨ ਦੇ ਨਾਲ ਇੱਕ ਦੂਜੇ ਨੂੰ ਵੈਸੇ ਬਹੁਤ ਸੌਖਾ ਹੈਗਾ। ਤੁਸੀਂ ਸਾਰੇ ਜਦੋਂ ਖਾਸ ਤੌਰ ਤੇ ਕੱਲ ਦੇ ਜੇ ਮੈਂ ਇਵੈਂਟ ਦੀ ਗੱਲ ਕਰਾਂ ਕਿ ਲਾਈਵ ਇਵੈਂਟ ਕੀਤਾ ਹਿੰਦੁਸਤਾਨੀਆਂ ਨੇ ਮਹਾਰਾਸ਼ਟਰ ਟੂਰਿਜ਼ਮ ਵੱਲੋਂ ਟਾਈਮ ਸਕੁਏਅਰ ਤੇ ਇਸ ਤੋਂ ਵੱਡਾ ਇਵੈਂਟ ਤੁਸੀਂ ਮੇਰੇ ਖਿਆਲ ਤੋਂ ਸੋਚ ਵੀ ਨਹੀਂ ਸਕਦੇ ਕੀ ਇਵੈਂਟ ਹੋਣਗੇ ਇਸ ਤੋਂ ਵੱਡੇ ਕਿਹੜੇ ਪ੍ਰੋਗਰਾਮਸ ਹੋ ਸਕਦੇ ਆ ਕਿ ਉਹ ਇੰਨੀ ਵੱਡੀਆਂ ਸਕਰੀਨਸ ਤੇ ਅਸੀਂ ਆਪਣਾ ਮੈਸੇਜ ਪਹੁੰਚਾ ਰਹੇ ਹਾਂ ਆਪਣੇ ਸੰਗੀਤ ਦੇ ਰਾਹੀਂ ਆਪਣੀ ਕਲਾ ਦੇ ਰਾਹੀਂ ਔਰ ਇੱਕ ਪਾਸੇ ਆਪਾਂ ਜਿਹੜਾ ਉਹ ਇਸ ਤਰ੍ਹਾਂ ਦੀ ਘਟਨਾਵਾਂ ਸੁਣ ਰਹੇ ਹੈਗੇ ਆ। ਬਹੁਤ ਅਫਸੋਸ ਹੁੰਦਾ ਕਿ ਕਿੱਥੇ ਭਾਈਚਾਰਾ ਕਿੱਥੇ ਹੈਗਾ ਕੀ ਚੀਜ਼ ਕਮੀ ਜਿਹੜੀ ਆ ਉਹ ਕਿਸ ਚੀਜ਼ ਦੀ ਰਹਿ ਰਹੀ ਹੈਗੀ ਹੈ। ਇਹ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕਰਨਾ ਬਹੁਤ ਹੀ ਜ਼ਰੂਰੀ ਹੈ। ਵੈਸੇ ਦੋਸਤੋ ਸਾਂਝ ਦਿਲਾਂ ਦੀ ਪ੍ਰੋਗਰਾਮ ਦੀ
ਮੈਂ ਸੋਚਦੀ ਹਾਂ ਸ਼ੁਰੂਆਤ ਕਰਦੀ ਹੁੰਦੀ ਹਾਂ ਮੈਂ ਜਨਮ ਦਿਨ ਦੀ ਮੁਬਾਰਕਾਂ ਦੇ ਨਾਲ, ਜਨਮ ਦਿਨ ਦੀ ਐਨੀਵਰਸਰੀ ਦੀਆਂ ਮੁਬਾਰਕਾਂ। ਪਰ ਅੱਜ ਪ੍ਰੋਗਰਾਮ ਜਿਹੜਾ ਇੰਨਾ ਗੰਭੀਰ ਆਪਣਾ ਰੂਪ ਲੈ ਗਿਆ, ਪਰ ਜ਼ਿੰਦਗੀ जिंदा दिली का नाम है, मुर्दा दिल क्या खाक जिया करते हैं। सो हर दिन कोशिश होनी चाहिए है कि असी अपने अंदर वो नफरत ना ले आइए, असी अपने अंदर वो जिहड़ा जहर निकल रहा हैगा मासूमां दे उपर वो अपने अंदर ना भरीए, अपने आप नूं साफ कर सकीए। सो जन्मदिन दी जे मुबारकां दी गल कर रही हाँ, आशुतोष जी बलविंदर बाजवा दी दा बेटा जिस दे लई उसदी भूआ जी ने सानू फोटोग्राफ भेजी है सरप्राइज़, गुरशेर सिंह का जन्मदिन हैगा मेरे वालों ते गेट पंजाबी वालों बहुत बहुत मुबारकां। और गुरशेर की जी भूआ हैगियां सुरजीत कालों ते दलजीत कालों, उन्होंने भी बहुत बहुत मुबारकां। थैंक यू सो मच कि तुसी प्रोग्राम नूं इस काबिल समझते हो कि तुहाडे सुनेहे, तुहाडे मैसेजेस, तुहाडी बर्थडे विशेज़ प्रोग्राम दे विच विखाईयां जा सकन। पर माफ़ी चाहनी हाँ कि कई बारी कुछ चीज़ां होर बहुत जरूरी होंदियां ने। मैनूं पता है कि सोमवार नूं मेरा जिद्दां टॉपिक हुंदा है उस ते मेरा दिल ही नहीं किया, और फिर सारी मैनेजमेंट सारा कुछ असी जे गल करते हैं अपने अपने वखरे होण दी, उस दे बारे कुछ सोचना बहुत ज़रूरी हैगा। उस दे बारे की कुछ किया जा सकता है, तुहाडे कोल की आइडियाज़ हैगे ने, तुसीं सोचदे हो कि कुछ नवां किया जा सकता है, कुछ वखरा किया जा सकता है कि साडी आइडेंटिटी नूं कदी निशाना ना बनाया जाए कि नहीं सानू पता नहीं सीगा कि वो सिख सीगे, तालिबान सीगे, मुसलमान सीगे, इस करके उन्हां ते अटैक होए। जे तुसी सोचदे हो कि कुछ बदलाव किए जा सकते हैं, मैनू ईमेल कर सकते हो sherry@getpunjabi.tv ते। और इस दे नाल ही कॉल ले लैनी हाँ मैं, प्रोग्राम दे विच हले कुछ मिनट हैगे ने। सत श्री अकाल जी, कौन गल कर रहे हो? सत श्री अकाल शहरी, आज टाइम ही बहुत थोड़ा जा रह गया मिक्की जी। हाँ जी, 3 मिनट रह गए प्रोग्राम च, की हाल चाल है जी? बड़ी इस गल ते मैं कहांगी कि मनभागी घटना ते है वे, पर ये सानू अलर्ट कर दी है मेन कि असि अगों तो अपने कान और अखां खोल के रखिए। डरन दी लोड़ नहीं है ना गल्लां नाल। गल्लां ਜਿਹੜੇ ਕਰਦੇ ਨੇ ਸ਼ਹਿਰੀ ਉਹ ਐਕਸਟ੍ਰੀਮਿਸਟ ਹੁੰਦੇ ਨੇ। ਵਿਕਟਿਮ ਜਿਹੜਾ ਭੋਗਦਾ ਉਹ ਵਿਕਟਿਮ ਹੈ, ਉਹ ਐਕਸਟ੍ਰੀਮਿਸਟ ਨਹੀਂ ਹੈ। ਜਿਹੜਾ ਕਰ ਰਿਹਾ ਹੈ ਉਹ ਕੁਝ ਫੈਨੈਟਿਕਸ ਹਰ ਸੋਸਾਇਟੀ ਵਿੱਚ ਹੁੰਦੇ ਨੇ। ਬਿਲਕੁਲ ਠੀਕ ਹੈ। ਹਾਂਜੀ, ਉਹਨਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਬਚੋਗੇ? ਕੁਝ ਸਾਡੀਆਂ ਡਿਊਟੀਜ਼ ਨੇ, ਕੁਝ ਸਾਡੇ ਰਾਈਟਸ ਨੇ। ਸਾਡੇ ਰਾਈਟਸ ਅਗਰ ਹੈ ਨੇ, ਅਗਰ ਸਾਨੂੰ ਇਸ ਕੰਟਰੀ ਡੈਮੋਕ੍ਰੈਟਿਕ ਕੰਟਰੀ 'ਚ ਬੈਠੇ ਹੋਏ ਆ, ਸਾਡੇ ਰਾਈਟਸ ਅਗਰ ਹੈ ਨੇ ਤੇ ਸਾਨੂੰ ਅਗਰ ਆਪਣਾ ਲਿਟਰੇਚਰ ਵੰਡਣ ਦਾ ਰਾਈਟ ਮਿਲਦਾ ਹੈ ਸਾਨੂੰ, ਅਸੀਂ ਕਿਉਂ ਨਹੀਂ ਕਰਦੇ ਕਿ ਹਰ ਬੰਦਾ ਇੱਕ ਦੂਜੇ ਤੇ ਬਲੇਮ ਕਰਨ ਨਾਲੋਂ, ਸੋਸਾਇਟੀ ਤੇ ਬਲੇਮ ਕਰਨ ਨਾਲੋਂ ਆਪਣੀ ਜ਼ਿੰਮੇਵਾਰੀ ਚੁੱਕੇ ਕਿ ਆਪਣੇ ਨਾਲ ਦੇ 2 ਘਰ ਇੱਧਰ ਤੇ 2 ਘਰ ਉੱਧਰ ਜਾ ਕੇ ਤੁਸੀਂ ਆਪਣੇ ਰਿਲੀਜਨ ਦੇ ਬਾਰੇ ਥੋੜਾ ਜਿਹਾ ਅਗਰ ਪੜ੍ਹੇ ਲਿਖੇ ਕੱਢ ਕੇ ਦੇ ਕੇ ਆਓ, ਉਹਨਾਂ ਨਾਲ ਡਿਸਕਸ ਕਰੋ, ਉਹਨਾਂ ਦੇ ਦੁੱਖਾਂ ਸੁੱਖਾਂ ਵਿੱਚ ਵੀ ਜਾਓ। ਕਿਉਂਕਿ ਅਸੀਂ ਬੜੀ ਵਾਰੀ ਦੇਖਿਆ ਹੈ ਕਿ ਸਾਡੀ ਕਮਿਊਨਿਟੀ ਮਿਸਿੰਗ ਹੁੰਦੀ ਹੈ, ਕੋਈ ਕਾਲੇ ਗੋਰਿਆਂ ਨਾਲ ਕੋਈ ਦੁੱਖ ਸੁੱਖ ਹੁੰਦਾ ਤੇ ਪਗੜੀਆਂ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਇਹ ਬਹੁਤ ਇੰਪੋਰਟੈਂਟ ਹੈ ਆਪਣੀ ਆਇਡੈਂਟੀਟੀ ਦਿਖਾਉਣ ਵਾਸਤੇ, ਕਿਉਂਕਿ ਤਾਂ ਮੀਡੀਆ ਆਇਆ ਹੁੰਦਾ ਹੈ, ਤੁਸੀਂ ਫੋਕਸ ਹੁੰਦੇ ਹੋ। ਇਹਦਾ ਮਤਲਬ ਸ਼ੋ ਆਫ ਨਹੀਂ, ਇਹਦਾ ਮਤਲਬ ਹੈ ਕਿ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋ, ਤੁਸੀਂ ਹਾਜ਼ਰੀ ਦੇ ਰਹੇ ਹੋ ਆਪਣੀ। ਤੇ ਤਾਂ ਤੁਸੀਂ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਵੋਗੇ ਤੇ ਤੁਹਾਡੀ ਜ਼ਿਆਦਾ ਆਇਡੈਂਟੀਟੀ ਪਤਾ ਲੱਗੇਗੀ, ਤੁਹਾਡੀ ਵੈਲਿਊ ਪਤਾ ਲੱਗੇਗੀ ਉਹਨਾਂ ਨੂੰ। ਫਿਰ ਉਹ ਆਪ ਪੁੱਛਣਗੇ ਕਿ ਤੁਸੀਂ ਕੌਣ ਹੋ। ਬਿਲਕੁਲ, ਬਹੁਤ ਖੂਬਸੂਰਤ। ਜ਼ਰੂਰਤ ਹੈ ਸਾਨੂੰ ਆਪਣੇ ਜਦੋਂ ਸਾਡੇ ਨਗਰ ਕੀਰਤਨ ਨਿਕਲਦੇ ਨੇ, ਇਹ ਹੋਰ ਕੱਢਣ ਦੇ, ਰਿਲੀਜੀਅਸ ਇਵੈਂਟਸ ਹੋਰ ਕਰਨੇ ਚਾਹੀਦੇ ਨੇ ਸਾਨੂੰ। ਛੋਟੀ ਸਟੇਟ ਵਿੱਚ ਨਗਰ ਕੀਰਤਨ ਕਰਨੇ ਚਾਹੀਦੇ ਨੇ। ਕੋਈ ਸਾਨੂੰ ਮੌਕਾ ਮਿਲਦਾ ਹੈ ਆਪਣੇ ਰਿਲੀਜਨ ਦੇ ਬਾਰੇ। ਲੋਕੀ ਪੁੱਛਦੇ ਅਸੀਂ ਬੋਤਲਾਂ ਵੰਡਨੇ ਆ, ਪਾਣੀ ਦੀਆਂ, ਲੰਗਰ ਵੰਡਨੇ ਆ, ਤੇ ਲੋਕਾਂ ਨੂੰ ਮੌਕਾ ਮਿਲਦਾ ਪੁੱਛਣ ਦਾ ਕਿ ਤੁਸੀਂ ਕੌਣ ਹੋ। ਬਹੁਤ ਖੂਬਸੂਰਤ ਮਿੱਕੀ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਖੂਬਸੂਰਤ ਵਿਚਾਰ ਸਾਰੇ ਦਰਸ਼ਕਾਂ ਨੇ ਅੱਜ ਪ੍ਰੋਗਰਾਮ ਦੇ ਵਿੱਚ ਆਪਣੀ ਆਪਣੀ ਗੱਲ ਦੱਸੀ। ਬਹੁਤ ਬਹੁਤ ਸ਼ੁਕਰੀਆ। ਕੱਲ ਫਿਰ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਰੱਬ ਕਰੇ ਕਿ ਇੱਦਾਂ ਦੀਆਂ ਘਟਨਾਵਾਂ ਨਾ ਹੋਣ ਔਰ ਅਸੀਂ ਸਾਰੇ ਜਾਗਰੂਕ ਹੋ ਕੇ ਆਪਣੇ ਸਮਾਜ ਬਾਰੇ, ਆਪਣੇ ਦੇਸ਼ ਬਾਰੇ, ਆਪਣੇ ਇਸ ਅਮਰੀਕਾ ਮੁਲਕ ਬਾਰੇ ਕੁਝ ਸੋਚ ਸਕੀਏ ਕਿ ਜਿੱਥੇ ਕਹਿੰਦੇ ਆ ਨਾ ਵੀ ਜਿਸ ਜਿਹੜੇ ਮੁਲਕ 'ਚ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ। ਇਸ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈਗਾ, ਪਰ ਉਸ ਦੇ ਨਾਲ ਨਾਲ ਕਹਿੰਦੇ ਆ ਨਾ ਦੁੱਖ ਸੁੱਖ ਨਾਲ ਚੱਲਦਾ ਰਹਿੰਦਾ, ਉਤਾਰ ਚੜਾਅ ਨਾਲ ਨਾਲ ਚੱਲਦੇ ਰਹਿੰਦੇ ਨੇ। ਸੋ ਉਹ ਵੀ ਚੀਜ਼ਾਂ ਸਾਨੂੰ ਦਿਮਾਗ ਦੇ ਵਿੱਚ ਜ਼ਰੂਰ ਲੈ ਕੇ ਚੱਲਣੀਆਂ ਪੈਣਗੀਆਂ। ਔਰ ਉਸ ਦੇ ਨਾਲ ਹੀ ਜ਼ਿੰਦਗੀ ਦਾ ਹਰ ਦਿਨ ਬਹੁਤ ਖਾਸ ਹੈਗਾ, ਉਸ ਨੂੰ ਖਾਸ ਬਣਾਓ, ਉਸ ਦੇ ਵਿੱਚ ਕੁਝ ਚੰਗਾ ਕਰੋ, ਆਪਣੀ ਸੋਚ ਨੂੰ ਬਦਲਣ ਦੀ ਬਹੁਤ ਜ਼ਰੂਰਤ ਹੈਗੀ ਹੈ। ਸੋ ਇਸ ਦੇ ਨਾਲ ਹੀ ਅੱਜ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਚਾਹੁੰਦੀ ਹਾਂ। ਕੱਲ ਫਿਰ ਹਾਜ਼ਰ ਹੋ ਜਾਵਾਂਗੀ ਤੁਹਾਡੇ ਸਾਰਿਆਂ ਦੀ ਸੇਵਾ ਦੇ ਵਿੱਚ। ਦਿਓ ਆਪਣੀ ਸ਼ਹਿਰੀ ਦੱਤਾਂ ਨੂੰ ਇਜਾਜ਼ਤ। ਫਿਰ ਸਤਿ ਸ਼੍ਰੀ ਅਕਾਲ। अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी